चंडीगढ़ का मसला भखदा जा रहा है। हरियाणा ने कल इस ते विशेष सैशन सद लिया है। मते पास करन दीआं पूरीआं तैयारियां कीतीआं जा रहीआं ने। उत्थे नवजोत सिंह सिद्धू ने दो टुक जवाब दिता है। चंडीगढ़ साडा सी है ते रहेगा, अगली लड़ाई लई तैयार रहण दी चेतावनी दित्ती है। इस दरम्यान लोक सभा दे विच चंडीगढ़ ते मसले दे उत्ते बहस करन दी मांग कीती गई, पर सरकार ने इस नूं नकार दिता। सत श्री अकाल जी दा खालस टीवी देखण वाले देश दुनिया दे सारे दर्शकां दा बहुत-बहुत स्वागत है। एमरजेंसी बुलेटिन दे नाल मैं हरशरण कौर। बुलेटिन दे विच दस्सांगे पंजाब, भारत, दुनिया भर दे नाल रूस यूक्रेन युद्ध दीआं सारीआं वड्डीआं ताज़ा ते अहम खबरां। शुरुआत करांगे पंजाब दीआं खास खबरां तो। ते सब तो वड्डी खबर पंजाब दे गुरदासपुर तो आई, जिथे इक्को वार जमीन दे झगड़े दे विच 4 जणे लाशां बना दित्ते गए ने। 4 जणिਆਂ ਦੇ कतल कर दित्ते गए ने। ਜ਼ਮੀਨੀ ਵਿਵਾਦ ਦੇ ਕਾਰਨ ਗੋਲੀਆਂ ਚੱਲੀਆਂ, ਧੜਾਧੜ ਇੰਨੀਆਂ ਗੋਲੀਆਂ ਚੱਲੀਆਂ ਕਿ ਮਹਿਲਾ ਸਰਪੰਚ ਦੇ ਪਤੀ ਸਣੇ 4 ਜਣਿਆਂ ਦੀ ਮੌਤ ਹੋ ਗਈ। ਪੰਜਵਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕਾਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੁੱਲੜਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਖੂਨੀ ਟਕਰਾਅ ਹੋਇਆ। ਇਸ ਟਕਰਾਅ ਦੇ ਦਰਮਿਆਨ ਦੋਵਾਂ ਧਿਰਾਂ ਨੇ ਗੋਲੀਆਂ ਚਲਾਈਆਂ। 4 ਜਣੇ ਮਰ ਗਏ, ਇੱਕ ਗੰਭੀਰ ਜ਼ਖਮੀ ਹੈ। ਇਸ ਘਟਨਾ ਦੇ ਵਿੱਚ ਕਾਂਗਰਸੀ ਸਰਪੰਚ ਦੇ ਪਤੀ ਸਮੇਤ 3 ਹੋਰਾਂ ਦੀ ਮੌਤ ਹੋ ਗਈ ਤੇ ਜਿਹੜਾ ਚੌਥਾ ਹੈ ਉਸ ਦੀ ਹਾਲਤ ਗੰਭੀਰ ਹੈ। ਤੀਜੇ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਪਹੁੰਚਣ ਤੇ ਉਸ ਦੀ ਵੀ ਮੌਤ ਹੋ ਗਈ। ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਤੇ ਹਲਕੇ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ घटना वाली थां ते पहुंचे। एक धिर दे मृतकां दी पछाण निशान सिंह पुत्र हंसा सिंह, सुखराज सिंह, जैमल सिंह पिंड फुलड़ा ते दूसरी धिर दे जिहड़े मनिंदर सिंह पुत्र दिदार सिंह पिंड खैराबाद थाणा दसूहा दे वजों होई है। यानी कि एक धिर दे 3 ते दूसरी धिर दा एक जणा इस खूनी लड़ाई दे विच मारिया गया है। जानकारी हुण तक यही मिली है कि पिंड फुलड़े दे कांग्रेसी लीडर सुखराज सिंह अते उसदे साथी ब्यास दरिया दे नाल लगदी 100 एकड़ विवादित जमीन ते गए सी, जिथे उन्हां दा विरोधी धिर दे नाल टाकरा हो गया। कुछ लोकां ने दस्सिया कि 5 जणिਆਂ ਨੂੰ ਗੋਲੀ ਲੱਗਣ ਦੀ ਜਿਵੇਂ ਹੀ ਖਬਰ ਮਿਲੀ, ਗੋਲੀਆਂ ਚੱਲੀਆਂ, ਤਾੜ-ਤਾੜ ਤਾਂ ਲੋਕ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸੀ, ਪਰ ਉਦੋਂ ਤੱਕ 4 ਜਣੇ ਮਾਰੇ ਜਾ ਚੁੱਕੇ ਸੀ। ਸੋਚ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਅੰਨ੍ਹੇਵਾਹ ਧੜਾ-ਧੜ ਗੋਲੀਆਂ ਚਲਾਈਆਂ ਗਈਆਂ ਹੋਣਗੀਆਂ, ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਹੋਣਗੀਆਂ ਕਿ 4 ਜਣੇ ਹੀ ਨਹੀਂ ਬਲਕਿ ਪੰਜਵਾਂ ਵੀ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ ਤੇ ਲਾਸ਼ਾਂ ਨੇ ਜਿਹੜੀਆਂ ਪਲਾਂ ਦੇ ਵਿੱਚ ਵਿਛਾ ਦਿੱਤੀਆਂ ਗਈਆਂ। ਤੇ ਲੜਾਈ ਦਾ ਕਾਰਨ ਕੀ ਹੈ? ਜ਼ਮੀਨ। ਆਮ ਤੌਰ ਤੇ ਹੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਦੁਨੀਆ ਦੇ ਉੱਤੇ ਵੱਡੀਆਂ ਲੜਾਈਆਂ ਹੋਈਆਂ ਨੇ ਜਾਂ ਛੋਟੀਆਂ ਲੜਾਈਆਂ ਹੋਈਆਂ ਨੇ, ਉਹ ਜਰ ਜ਼ੋਰੂ ਤੇ ਜ਼ਮੀਨ ਦੀ ਖਾਤਰ ਹੀ ਹੋਈਆਂ ਨੇ। ਤੇ ਇਹ ਜ਼ਮੀਨ ਦੀ ਖਾਤਰ ਹੋਈ ਲੜਾਈ ਹੈ ਜਿਹੜੀ ਉਹ 4 ਜਣਿਆਂ ਨੂੰ ਨਾਲ ਲੈ ਗਈ ਹੈ। ਅਗਲੀ ਖਬਰ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਹੈ। ਇਸ ਮਾਮਲੇ ਦੇ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਸੁਣਵਾਈ ਹੋਈ। ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੂਗੀ ਜਾਂ ਫਿਰ ਨਹੀਂ, ਇਸ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ। ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਨੇ ਅਹਿਮ ਸਬੂਤਾਂ ਨੂੰ दरकिनार करते हुए आशीष मिश्रा ਨੂੰ ਜ਼ਮਾਨਤ ਦਿੱਤੀ। ਕਿਸਾਨਾਂ ਦੇ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਆਸ਼ੀਸ਼ ਮਿਸ਼ਰੇ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਰਾਹ ਦੇ ਵਿੱਚ ਕਿਸਾਨ ਬੈਠੇ ਨੇ, ਧਰਨੇ ਦੇ ਉੱਤੇ ਬੈਠੇ ਨੇ ਤੇ ਜਦੋਂ ਦੇਖ ਰਿਹਾ ਸੀ ਗੱਡੀ ਉਹਦੀ ਆ ਰਹੀ ਸੀ ਤਾਂ ਉਦੋਂ ਦੇਖ ਰਿਹਾ ਸੀ ਕਿ ਕਿਸਾਨ ਮੁੜੇ ਜਾ ਰਹੇ ਨੇ। ਮੁੜੇ ਜਾਂਦੇ ਕਿਸਾਨਾਂ ਤੇ ਪਿੱਠ ਪਿੱਛੋਂ ਗੱਡੀ ਚੜਾ ਦਿੱਤੀ। ਉਪ ਮੁੱਖ ਮੰਤਰੀ ਜਿਸਨੇ ਮੁੱਖ ਮਹਿਮਾਨ ਦੇ ਵਜੋਂ ਆਉਣਾ ਸੀ ਉਸ ਨੂੰ ਬਦਲਵਾਂ ਰੂਟ ਦਿੱਤਾ ਗਿਆ, ਪਰ ਆਸ਼ੀਸ਼ ਜਾਣ ਬੁੱਝ ਕੇ ਕਿਸਾਨਾਂ ਵਾਲੇ ਰਾਹ ਤੇ ਗਿਆ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਕਮੇਟੀ ਨੇ ਸੁਪਰੀਮ ਕੋਰਟ ਨੂੰ ਸਟੇਟਸ ਰਿਪੋਰਟ ਵੀ ਸੌਂਪੀ। ਜਾਂਚ ਕਮੇਟੀ ਨੇ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਸਿੱਟ ਨੇ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਦੇ ਲਈ ਯੂਪੀ ਸਰਕਾਰ ਨੂੰ 2 ਵਾਰੀ ਸਿਫਾਰਿਸ਼ ਕੀਤੀ ਸੀ। ਕਮੇਟੀ ਨੇ ਦਾਅਵਾ ਕੀਤਾ ਕਿ ਸਾਨੂੰ ਜੋ ਸਬੂਤ ਮਿਲੇ ਨੇ ਉਹਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਘਟਨਾ ਵਾਲੀ ਥਾਂ ਤੇ ਆਸ਼ੀਸ਼ ਮਿਸ਼ਰਾ ਮੌਜੂਦ ਸੀ। ਚੰਡੀਗੜ੍ਹ ਦੀ ਲੜਾਈ ਰਾਜ ਸਭਾ ਤੱਕ ਪਹੁੰਚ ਗਈ ਹੈ। ਕਾਂਗਰਸ ਦੇ ਸੰਸਦ ਮੈਂਬਰ ਦਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਜਿਹੜੇ ਇਹ ਲੀਡਰ ਨੇ, ਇਹਨਾਂ ਨੇ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੇ ਵੱਲੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਵਾਲੇ ਮਤੇ ਤੇ ਚਰਚਾ ਕਰਨ ਦੀ ਮੰਗ ਕੀਤੀ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਸਿਫਰ ਕਾਲ ਦੌਰਾਨ ਨਕਾਰ ਦਿੱਤਾ। ਇਸ ਦੇ ਨਾਲ ਹੀ ਰਾਜ ਸਭਾ ਦੀ ਕਾਰਵਾਈ ਵੀ 2 ਵਜੇ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਸੋ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਸਥਿਤੀ ਹੋਰ ਪੇਚੀਦਾ ਹੁੰਦੀ ਜਾ ਰਹੀ ਹੈ। ਰਾਜ ਸਭਾ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਤੇ ਜਦੋਂ ਹੀ ਜਿਵੇਂ ਹੀ ਦਪਿੰਦਰ ਹੁੱਡਾ ਨੇ ਇਸ ਮਸਲੇ ਤੇ ਬਹਿਸ ਕਰਨ ਦੀ ਮੰਗ ਰੱਖੀ ਤਾਂ ਚੇਅਰਮੈਨ ਨਾਇਡੂ ਨੇ ਇਸ ਨੂੰ ਨਾਲ ਦੀ ਨਾਲ ਠੁਕਰਾ ਦਿੱਤਾ। Received a notice from Deepinder Singh Huda. Please be seated. You had an opportunity. 267 is not the appropriate rule, so there is no question of accepting. Sri Deepinder Singh Huda demand for discussion on the resolution passed by Punjab Vidhan Sabha regarding transfer of UT of Chandigarh not admitted.
ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਮਸਲੇ ਤੇ ਚਰਚਾ ਨਾ ਕਰਨ ਤੇ ਵਿਰੋਧ ਵੀ ਕੀਤਾ ਤੇ ਹੁਣ ਹਰਿਆਣਾ ਦੇ ਵੱਲੋਂ ਮੰਗਲਵਾਰ ਨੂੰ ਖਾਸ ਇਜਲਾਸ ਸੱਦਿਆ ਗਿਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣੇ ਦੀ ਸਰਕਾਰ ਵੀ ਚੰਡੀਗੜ੍ਹ ਦੇ ਮਸਲੇ ਤੇ ਮਤਾ ਪਾਸ ਕਰ ਸਕਦੀ ਹੈ। ਚੰਡੀਗੜ੍ਹ ਦੇ ਮਸਲੇ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲਗਾਤਾਰ ਵਿਰੋਧ ਕਰ ਰਹੇ ਨੇ। ਆਮ ਆਦਮੀ ਪਾਰਟੀ ਨੂੰ ਲਪੇਟੇ ਦੇ ਵਿੱਚ ਲੈ ਰਹੇ ਨੇ ਤੇ ਲਗਾਤਾਰ ਹੱਕ ਜਤਾ ਰਹੇ ਨੇ ਕਿ ਚੰਡੀਗੜ੍ਹ ਹਰਿਆਣੇ ਦਾ ਵੀ ਹੈ, ਚੰਡੀਗੜ੍ਹ ਤੇ ਹਰਿਆਣੇ ਦਾ ਵੀ ਹੱਕ ਹੈ। ਪਰ ਪੰਜਾਬ ਦੇ ਲੀਡਰ ਪੁੱਛਦੇ ਨੇ ਕਿ ਤੁਸੀਂ ਇਹ ਤਾਂ ਦੱਸ ਦਿਓ ਕਿ ਹਰਿਆਣੇ ਨੇ ਚੰਡੀਗੜ੍ਹ ਦੇ ਲਈ ਕੀ ਕੀਤਾ ਹੈ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਚੰਡੀਗੜ੍ਹ ਦੇ ਵਿਕਾਸ ਦੇ ਲਈ ਹਰਿਆਣੇ ਨੇ ਇੱਕ ਵੀ ਕੰਮ ਕੀਤਾ ਹੋਵੇ ਤਾਂ ਦੱਸ ਦਿਓ। ਸੋ ਇਸ ਮਸਲੇ ਦਾ ਬਣਦਾ ਕੀ ਹੈ ਇਹ ਤਾਂ ਹੁਣ ਇਹ ਲੀਡਰ ਹੀ ਜਾਣਨ। ਉਧਰ ਕਾਂਗਰਸ ਪਾਰਟੀ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਚੰਡੀਗੜ੍ਹ ਦੇ ਮੁੱਦੇ ਤੇ ਤਿੱਖਾ ਬਿਆਨ ਦਿੱਤਾ ਹੈ। ਟਵੀਟ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ, ਇਹ ਪੰਜਾਬ ਦਾ ਸੀ ਹੈ ਤੇ ਰਹੂਗਾ। ਉਹਨਾਂ ਇਹ ਵੀ ਕਿਹਾ ਕਿ ਨਿਗਾਹਾਂ ਕਿਤੇ ਹੋਰ ਨੇ, ਨਿਸ਼ਾਨੇ ਕਿਤੇ ਹੋਰ ਨੇ, ਯਾਨੀ ਕਿ ਚੰਡੀਗੜ੍ਹ ਦੇ ਬਹਾਨੇ ਨਿਸ਼ਾਨਾ ਤਾਂ ਪੰਜਾਬ ਦੇ ਪਾਣੀਆਂ ਦੇ ਉੱਤੇ ਲਾਇਆ ਜਾ ਰਿਹਾ ਹੈ। ਸੋ ਹੁਣ ਇਹ ਜਿਹੜਾ ਇੱਕ ਤੰਜ ਹੈ ਉਹ ਸੈਂਟਰ ਤੇ ਵੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਹੈ। ਤੇ ਸਿੱਧੂ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਇੱਕ ਹੋਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਚੰਡੀਗੜ੍ਹ ਦੇ ਮੁੱਦੇ ਤੇ ਟਵੀਟ ਕੀਤਾ ਕਿ ਹੈ ਕਿ ਪੰਜਾਬ ਤੇ ਹਰਿਆਣਾ ਵਿਚਾਲੇ ਕਿਸਾਨ ਅੰਦੋਲਨ ਦੇ ਦਰਮਿਆਨ ਜਿਹੜਾ ਭਾਈਚਾਰਾ ਬਣਿਆ ਸੀ ਉਹ ਹੁਣ ਚੰਡੀਗੜ੍ਹ ਮੁੱਦੇ ਦੀ ਭੇਟ ਚੜ੍ਹ ਜੂਗਾ। ਇਹੀ ਸਿਆਸਤ ਹੁੰਦੀ ਹੈ ਕਿਉਂਕਿ ਇਸ ਮਾਮਲੇ ਤੇ ਪੰਜਾਬ ਤੇ ਹਰਿਆਣਾ ਹੁਣ ਆਮੋ ਸਾਹਮਣੇ ਹੋ ਗਏ ਨੇ। ਹਾਲਾਂਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਆਮੋ ਸਾਹਮਣੇ ਹੋਈਆਂ ਨੇ, ਪਰ ਇਸ ਮਸਲੇ ਦੇ ਵਿੱਚ ਜੋ ਬਿਆਨਬਾਜ਼ੀ ਚੱਲ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਖਟਾਸ ਪੈਦਾ ਹੋਣੀ ਸੁਭਾਵਿਕ ਹੈ। ਉਹਨਾਂ ਕਿਹਾ ਕਿ ਅਜਿਹੇ ਵਿੱਚ ਹਮੇਸ਼ਾ ਦੀ ਤਰ੍ਹਾਂ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਬਾਜ਼ੀ ਮਾਰ ਜਾਊਗਾ। ਹਾਲਾਂਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਾਂਦਰ ਕੌਣ ਹੈ ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਹੋ ਰਹੀ ਹੈ, ਪਰ ਸਮਝਣ ਵਾਲੇ ਸਮਝ ਹੀ ਜਾਂਦੇ ਨੇ। ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹੋਰ ਸਿੱਖ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ। ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਰੋਕਣ ਉੱਤੇ ਕੇਜਰੀਵਾਲ ਸਰਕਾਰ ਨੂੰ ਵੀ ਘੇਰਿਆ ਅਤੇ ਸਰਕਾਰਾਂ ਤੋਂ ਜਵਾਬ ਮੰਗਿਆ ਕਿ ਕੀ ਬੰਦੀ ਸਿੰਘਾਂ ਨੂੰ ਸਰਕਾਰਾਂ ਰਿਹਾ ਕਰਨਗੀਆਂ ਜਾਂ ਫਿਰ नहीं। सर ये कांग्रेस सरकार ये भावनाएं क्या जाए, इनकी माँ तो इंदिरा गांधी है, इनकी माँ तो इंदिरा गांधी है और इनकी भावनाएं तो अकाल तख्त के हमले के साथ इंदिरा गांधी के साथ जुड़ी हुई हैं, लेकिन सिख कौम की भावनाएं उन बंदी सिखों के साथ जुड़ी हुई है जो 30-30 साल से काल कोठरी में बंद है। इंदिरा गांधी की हत्या होती, राजीव गांधी की होती है, वो रिहा हो जाते हैं, तो क्यों भाई राजवाना और बलवा भुल्लर साहब रिहा क्यों नहीं हो सकते? ये सरकार जवाब दे कि उनको जल्द से जल्द रिहा करेगी कि नहीं। और जितने बंदी सिख हमारे सिख भाई, जितने बंदी जिन्होंने सजा पूरी कर ली है, क्या फंडामेंटल राइट्स उनको अप्लाई नहीं करते हैं? अजय निंबालकर जी उन्हें ये राइट टू लाइफ देती है। ਸੋ ਇਸ ਤੋਂ ਪਹਿਲਾਂ 9 ਫਰਵਰੀ 2022 ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖ ਜਥੇਬੰਦੀਆਂ ਨੂੰ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਸੀ ਤੇ ਇਸ ਤੋਂ ਵੀ ਪਹਿਲਾਂ 2019 ਦੇ ਵਿੱਚ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੇ ਲਈ ਵੱਡਾ ਐਲਾਨ ਕਰਦਿਆਂ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਾਰੇ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ। ਤੇ ਇਹਨਾਂ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਦੀਪ ਸਿੰਘ ਖੇੜਾ ਸ਼ਾਮਲ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਇੱਕ ਉੱਚ ਪੱਧਰੀ ਬੈਠਕ ਕੀਤੀ, ਖਾਸ ਕਰਕੇ ਕਣਕ ਦੇ ਮੁੱਦੇ ਤੇ, ਕਿਉਂਕਿ ਪੰਜਾਬ ਦੇ ਵਿੱਚ ਕਣਕ ਦਾ ਸੀਜ਼ਨ ਚੱਲ ਰਿਹਾ ਹੈ, ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਉਹਨਾਂ ਨੇ ਜ਼ਮੀਨੀ ਪੱਧਰ ਤੇ ਖਾਸ ਕਰਕੇ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕਰਨ ਅਤੇ ਸਾਰੀਆਂ ਸੇਵਾਵਾਂ ਦੀ ਉਪਲਬਧਤਾ ਦੀ ਜਾਣਕਾਰੀ ਦੇਣ ਲਈ ਸਾਰੇ ਡੀਸੀਆਂ ਨੂੰ ਹੁਕਮ ਦਿੱਤੇ ਨੇ। ਮੁੱਖ ਮੰਤਰੀ ਨੇ ਸੂਬੇ ਵਿੱਚ ਚੱਲ ਰਹੀ ਅਨਾਜ ਖਰੀਦ ਮੁਹਿੰਮ ਦਾ ਜਾਇਜ਼ਾ ਲੈਣ ਲਈ ਪੰਜਾਬ ਭਵਨ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਕਰਕੇ ਕਿਹਾ ਕਿ ਲੋਕਾਂ ਦੀ ਦਫ਼ਤਰਾਂ ਦੇ ਵਿੱਚ ਖੱਜਲ ਖੁਆਰੀ ਨੂੰ ਘਟਾਇਆ ਜਾਵੇ। ਅਧਿਕਾਰੀਆਂ ਨੂੰ ਲੋਕਾਂ ਦੇ ਲਈ ਹਰ ਸਮੇਂ ਮੌਜੂਦ ਰਹਿਣ ਦੀ ਲੋੜ ਤੇ ਵੀ ਭਗਵੰਤ ਮਾਨ ਨੇ ਜ਼ੋਰ ਦਿੱਤਾ। ਭਗਵੰਤ ਮਾਨ ਗੁਜਰਾਤ ਦੇ 2 ਦਿਨਾਂ ਦੌਰੇ ਤੋਂ ਵਾਪਸ ਪਰਤੇ ਨੇ। 100 ਕਰੋੜੀ ਡਰੱਗ ਮਾਮਲੇ ਦੇ ਵਿੱਚ ਨਾਮਜ਼ਦ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਪਟੀਸ਼ਨ ਤੇ ਸੁਣਵਾਈ ਟਲ ਗਈ ਹੈ ਤੇ ਹੁਣ ਅਗਲੀ ਸੁਣਵਾਈ 11 ਅਪ੍ਰੈਲ ਤੇ ਪਾ ਦਿੱਤੀ ਗਈ ਹੈ। ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਾਂ ਬੋਲੀ ਅਤੇ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਹੀ ਖਤਰਾ ਖੜਾ ਹੋ ਗਿਆ ਕਿਉਂਕਿ 2 ਵਿਭਾਗਾਂ ਨੂੰ ਰਲਾ ਕੇ ਇੱਕ ਵਿਭਾਗ ਬਣਾ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ ਦੇ ਇਸ ਫੈਸਲੇ ਤੇ ਸਖਤ ਇਤਰਾਜ਼ ਕੀਤਾ ਹੈ।
ਧਾਮੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਫੈਸਲਾ ਤਰਕਸੰਗਤ ਨਹੀਂ ਹੈ, ਇਸ ਨਾਲ ਖੋਜ ਦੀਆਂ ਸੰਭਾਵਨਾਵਾਂ ਸੀਮਿਤ ਹੋ ਜਾਣਗੀਆਂ। ਉਹਨਾਂ ਨੇ ਦੁੱਖ ਪ੍ਰਗਟਾਇਆ ਕਿ ਸਿੱਖ ਇਤਿਹਾਸਕਾਰ ਗੰਡਾ ਸਿੰਘ ਦੀ ਅਗਵਾਈ ਵਿੱਚ ਚੱਲਦੇ ਰਹੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਹੋਂਦ ਖਤਮ ਕਰਕੇ ਹੋਰ ਵਿਭਾਗ ਦੇ ਵਿੱਚ ਰਲਾਉਣਾ ਸਿੱਖ ਵਿਰਾਸਤ ਨੂੰ ਤਬਾਹ ਕਰਨ ਦੇ ਬਰਾਬਰ ਹੈ। ਉਹਨਾਂ ਨੇ ਇਤਿਹਾਸ ਦੀ ਸੰਭਾਲ ਦੇ ਨਾਲ-ਨਾਲ ਇਤਿਹਾਸਿਕ ਵਿਭਾਗਾਂ ਦੀ ਹੋਂਦ ਬਣਾਈ ਰੱਖਣ ਦੀ ਵਕਾਲਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ। ਅਕਾਲੀ ਦਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਫੈਸਲੇ ਨਾਲ ਖੋਜ ਦਾ ਕੰਮ ਖਤਮ ਹੋਣ ਦਾ ਖਤਰਾ ਖੜਾ ਹੋ ਗਿਆ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਬਚਾਉਣ ਦੇ ਲਈ ਸੰਜੀਦਾ ਨਹੀਂ ਹੈ। ਪਾਰਟੀ ਦੇ ਇੱਕ ਹੋਰ ਸੀਨੀਅਰ ਲੀਡਰ ਹਰਚਰਨ ਸਿੰਘ ਬੈਂਸ ਨੇ ਪੰਜਾਬ ਦੇ ਹੱਕਾਂ ਤੇ ਪੈ ਰਹੇ ਡਾਕੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਹਨਾਂ ਤੇ ਵਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਦੋਗਲੀ ਨੀਤੀ ਛੱਡ ਕੇ ਪਾਣੀਆਂ ਨੂੰ ਬਚਾਉਣ ਸਮੇਤ ਹੋਰ ਮਾਮਲਿਆਂ ਦੇ ਲਈ ਸੂਬੇ ਦੇ ਨਾਲ ਖੜਾ ਹੋਣਾ ਚਾਹੀਦਾ ਹੈ। ਮੈਂ ਉਹੀ ਕਹਿਣਾ, ਉਹਨਾਂ ਦਾ ਹੌਸਲਾ ਕਿਉਂ ਪਿਆ? ਕਿਉਂਕਿ ਵਿਧਾਨ ਸਭਾ ਦੇ ਵਿੱਚ ਮੈਂ ਤੁਹਾਨੂੰ ਸ਼ੁਰੂਆਤ ਕੀਤੀ ਆ, ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੁਣ ਬਣਾਇਆ, ਇਹ ਸੈਸ਼ਨ ਦੇ ਵਿੱਚ ਜਿਸ ਤਰ੍ਹਾਂ ਦੀ ਸੰਜੀਦਗੀ ਦਿਖਾਉਣੀ ਚਾਹੀਦੀ ਸੀ, ਜਿਸ ਤਰ੍ਹਾਂ ਦਾ ਗੰਭੀਰ ਮੁੱਦਾ ਸੀ, ਉਹ ਸੰਜੀਦਗੀ ਦਿਖਾਈ ਨਹੀਂ ਗਈ। ਸੱਚੀ ਗੱਲ ਤੁਹਾਨੂੰ ਦੱਸਦਾ, ਭਾਵੇਂ ਅਸੀਂ ਮਤੇ ਦਾ ਸਪੋਰਟ ਕੀਤੀ ਆ, ਅਸੀਂ ਮਤੇ ਦੇ ਹੱਕ 'ਚ ਸੀ, ਪਰ ਸੈਸ਼ਨ ਜਿਹੜਾ ਸੀ ਉਹ ਪਰਪਸ ਹੱਲ ਨਹੀਂ ਕਰ ਸਕਿਆ ਕਿਉਂਕਿ ਕੇਂਦਰ ਦੀਆਂ ਨੀਤੀਆਂ ਤੇ ਕੇਂਦਰ ਦੀ ਦਖਲਅੰਦਾਜ਼ੀ ਦੇ ਵਿਰੁੱਧ ਨਾ ਤਾਂ ਰੋਸ ਦਿਖਾਇਆ ਗਿਆ, ਨਾ ਗੰਭੀਰਤਾ ਦਿਖਾਈ ਗਈ, ਬਲਕਿ ਮਿਹਣੋ ਮਿਹਣੀ ਹੋ ਕੇ ਆਪਣੀ ਫੁੱਟ ਦਾ ਇਜ਼ਹਾਰ ਕੀਤਾ। ਉੱਥੇ ਇਹ ਜਿਹੜਾ ਸੈਸ਼ਨ ਬੁਲਾਉਣ ਦਾ ਮਕਸਦ ਸੀ, ਇੱਕ ਜੁੜਤਾ, ਇੱਕ ਮੁੜਤਾ, ਇੱਕ ਸੁਰਤਾ, ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਕੇਵਲ ਮਤੇ ਤੋਂ ਬਿਨਾਂ ਬਾਕੀ ਗੱਲਾਂ ਵਿੱਚ ਨਜ਼ਰ ਨਹੀਂ ਆਈ। ਮਸਲਾ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਪੰਜਾਬ ਇਤਿਹਾਸ ਅਧਿਐਨ ਵਿਭਾਗ ਤੇ ਪੰਜਾਬ ਇਤਿਹਾਸ ਵਿਭਾਗ ਦਾ ਰਲੇਵਾਂ ਕਰਕੇ ਇੱਕ ਨਵਾਂ ਵਿਭਾਗ ਇਤਿਹਾਸ ਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਬਣਾ ਦਿੱਤਾ ਗਿਆ। ਅਧਿਆਪਕ ਜਥੇਬੰਦੀ ਪੂਟਾ ਦੇ ਪ੍ਰਧਾਨ ਡਾਕਟਰ ਭੁਪਿੰਦਰ ਵਿਰਕ, ਮੀਤ ਪ੍ਰਧਾਨ ਗੁਰਨਾਮ ਵਿਰਕ ਅਤੇ ਪੰਜਾਬ ਇਤਿਹਾਸ ਵਿਭਾਗ ਦੇ ਮੁਖੀ ਰਹੇ ਡਾਕਟਰ ਇੰਦਰੀਜ ਮੁਹੰਮਦ ਸਮੇਤ ਹੋਰਨਾਂ ਨੇ ਕਿਹਾ ਕਿ ਅਜਿਹੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਜੇਕਰ ਹੁਣ ਤੋਂ ਹੀ ਆਵਾਜ਼ ਬੁਲੰਦ ਨਾ ਕੀਤੀ ਗਈ ਤਾਂ ਹੋਰ ਵਿਭਾਗਾਂ ਦਾ ਰਲੇਵਾਂ ਹੋਣਾ ਵੀ ਤੈਅ ਹੈ। ਇਸ ਮੌਕੇ ਗੁਰਨਾਮ ਵਿਰਕ ਨੇ ਐਲਾਨ ਕੀਤਾ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਵੱਖ-ਵੱਖ ਵਰਗਾਂ ਸਮੇਤ ਪੰਜਾਬ ਹਿਤੈਸ਼ੀਆਂ ਨੂੰ ਲਾਮਬੰਦ ਕਰਕੇ ਅਸੀਂ ਸੰਘਰਸ਼ ਵਿੱਢਾਂਗੇ। ਹਾਲਾਂਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਵਿਭਾਗਾਂ ਦੇ ਰਲੇਵੇਂ ਨੂੰ ਕਈ ਪੱਖਾਂ ਤੋਂ ਢੁਕਵਾਂ ਫੈਸਲਾ ਦੱਸਦਿਆਂ ਕਿਹਾ ਕਿ ਹੁਣ ਖੋਜ ਕਾਰਜਾਂ ਲਈ ਲੋੜੀਂਦੇ ਫੰਡਾਂ ਦਾ ਰਾਹ ਹੈ ਜਿਹੜਾ ਉਹ ਜ਼ਰੂਰ ਖੁੱਲ ਗਿਆ ਹੈ। ਤੇ ਵਿਭਾਗ ਦੇ ਮੁਖੀ ਡਾਕਟਰ ਦਲਜੀਤ ਸਿੰਘ ਨੇ ਕਿਹਾ ਕਿ 1962 ਵਿੱਚ ਜਦੋਂ ਯੂਨੀਵਰਸਿਟੀ ਬਣੀ ਸੀ ਉਦੋਂ ਇੱਕ ਵਿਭਾਗ ਹੁੰਦਾ ਸੀ ਡਿਪਾਰਟਮੈਂਟ ਆਫ ਪੰਜਾਬ ਹਿਸਟੋਰੀਕਲ ਸਟੱਡੀਜ਼। ਫਿਰ 1985 ਦੇ ਵਿੱਚ 2 ਵਿਭਾਗ ਬਣਾਏ ਗਏ ਤੇ ਹੁਣ ਫਿਰ ਇੱਕ ਵਿਭਾਗ ਬਣਾਇਆ ਗਿਆ ਹੈ ਤੇ ਹੁਣ ਇਹ ਵਿਭਾਗ ਵੱਡੀਆਂ ਗ੍ਰਾਂਟਾਂ ਲੈਣ ਦੇ ਯੋਗ ਹੋ ਗਿਆ। ਸਮਾਜ ਸੇਵੀ ਅਤੇ ਸਿਆਸਤ ਦੇ ਵਿੱਚ ਸਰਗਰਮ ਲੱਖਾ ਸਿਧਾਣਾ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂਹਰੇ ਕਈ ਅਹਿਮ ਮੰਗਾਂ ਰੱਖੀਆਂ ਨੇ। ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਨੂੰ ਸੂਬੇ ਦੇ ਵਿੱਚ ਪੰਜਾਬੀਆਂ ਦੀਆਂ ਸਰਕਾਰੀ ਨੌਕਰੀਆਂ ਦੇ ਵਿੱਚ 100% ਤੇ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਹਰਿਆਣੇ ਦੀ ਤਰਜ਼ ਉੱਤੇ 85% ਕੋਟਾ ਰਾਖਵਾਂ ਰੱਖਣ ਅਤੇ ਬੋਨਾਫਾਈਡ ਬਸ਼ਿੰਦੇ ਜ਼ਰੂਰੀ ਕਰਨ ਦੀ ਮੰਗ ਰੱਖੀ ਹੈ ਤਾਂ ਜੋ ਪੰਜਾਬ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਪੰਜਾਬੀ ਹੀ ਸੂਬੇ ਦੇ ਵਿੱਚ ਨੌਕਰੀਆਂ ਦੇ ਲਈ ਅਪਲਾਈ ਕਰ ਸਕਣ। ਇਸ ਦੇ ਨਾਲ ਹੀ ਲੱਖਾ ਸਿਧਾਣਾ ਨੇ ਦਫ਼ਤਰਾਂ ਅਦਾਲਤਾਂ ਦੇ ਵਿੱਚ ਹੋਰ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੀ ਮੰਗ ਵੀ ਕੀਤੀ ਹੈ। ਲੱਖਾ ਸਿਧਾਣਾ ਨੇ ਮੁੜ ਮੰਗ ਕੀਤੀ ਹੈ ਕਿ ਜੋ ਸੀਐਮ ਸਿਕਿਉਰਿਟੀ ਦੇ ਵਿੱਚ ਬਾਹਰਲੇ ਸੂਬਿਆਂ ਤੋਂ 300 ਜਣੇ ਭਰਤੀ ਕੀਤੇ ਗਏ ਨੇ ਉਹ ਵੀ ਨਜਾਇਜ਼ ਹੈ। ਇਹਨਾਂ ਨੂੰ ਬਾਹਰ ਕੱਢ ਕੇ ਪੰਜਾਬ ਦੇ ਨੌਜਵਾਨ ਭਰਤੀ ਕੀਤੇ ਜਾਣੇ ਚਾਹੀਦੇ ਨੇ। ਕਈ ਮਹੀਨੇ ਪਹਿਲਾਂ ਵੀ ਲੱਖੇ ਸਿਧਾਣੇ ਨੇ ਇਹ ਮੰਗ ਕੀਤੀ ਸੀ। ਸਿਧਾਣਾ ਨੇ ਨਵੀਂ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਵੀ ਕਿਹਾ ਕਿ 25000 ਅਸਾਮੀਆਂ ਭਰਨ ਵੇਲੇ ਹੁਣ ਖਿਆਲ ਰੱਖਿਓ ਇਹਦੇ ਵਿੱਚੋਂ ਕਿਤੇ 15000 ਨੌਕਰੀਆਂ ਬਾਹਰਲੇ ਸੂਬਿਆਂ ਵਾਲੇ ਨਾ ਲੈ ਜਾਣ ਤੇ ਸਾਡੇ ਨੌਜਵਾਨ ਫਿਰ ਬੇਰੁਜ਼ਗਾਰ ਰਹਿ ਜਾਣ। ਦਾ ਮੁੱਖ ਮੰਤਰੀ ਹੋਵੇ, ਪੰਜਾਬ ਦੀ ਰਾਜਧਾਨੀ ਹੋਵੇ ਚੰਡੀਗੜ੍ਹ, ਆਪਣੇ ਰਾਜਪਾਲ ਦੇ ਅੱਗੇ ਜਾ ਕੇ ਧਰਨਾ ਨਹੀਂ ਲਾ ਸਕਦਾ। ਜਾ ਕੇ ਬੈਠਣਗੇ, ਚੰਡੀਗੜ੍ਹ ਦਾ ਪ੍ਰਸ਼ਾਸਨ 10 ਮਿੰਟਾਂ ਚ ਚੱਕ ਕੇ ਬਾਹਰ ਮਾਰਨਗੇ। ਇਹਦਾ ਸਾਡਾ ਧੱਕਾ ਹੁੰਦਾ। ਇੱਥੇ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਦੇ ਵਿੱਚ ਕੋਈ ਧਰਨਾ ਲਾਉਣ ਆਉਂਦੇ, ਕੋਈ ਮੁਜ਼ਾਹਰਾ ਕਰਨ ਆਉਂਦੇ ਆ, ਤੁਸੀਂ 4 ਬੰਦੇ ਆਪਣੀ ਰਾਜਧਾਨੀ 'ਚ ਇਕੱਠੇ ਨਹੀਂ ਹੋ ਸਕਦੇ, ਫੜ ਕੇ ਪਰਚਾ ਦੇ ਕੇ ਅੰਦਰ ਕਰ ਦਿੰਦੇ ਆ। ਇਹ ਸਾਡਾ ਧੱਕਾ ਨਹੀਂ ਹੈਗਾ। ਜਦੋਂ ਕਿ ਹਰਿਆਣੇ ਦੇ ਮੁੱਖ ਮੰਤਰੀ ਦਾ ਮੈਂ ਬਿਆਨ ਸੁਣ ਰਿਹਾ ਸੀਗਾ ਕਿ ਚੰਡੀਗੜ੍ਹ ਤਾਂ ਜੀ ਹਰਿਆਣੇ ਦਾ ਵੀ ਹੈ। ਸੋ ਭਾਈ ਸਾਹਿਬ ਖੱਟੜ ਸਾਹਿਬ, ਹਰਿਆਣੇ ਦਾ ਚੰਡੀਗੜ੍ਹ ਕਿੱਥੋਂ ਆ ਗਿਆ? 28 ਪਿੰਡ ਉਜੜੇ ਸੀ, ਪੰਜਾਬ ਦੇ ਉਜੜੇ ਸੀਗੇ, ਨਾ ਕਿ ਹਰਿਆਣੇ ਦਾ ਕੋਈ ਪਿੰਡ ਉਜੜਿਆ। ਜੋ ਸੰਤਾਪ ਚੱਲਿਆ ਪੰਜਾਬੀਆਂ ਨੇ ਚੱਲਿਆ। ਅਸੀਂ ਇਹ ਗੱਲ ਆ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਕੋਲੋਂ ਬੜੀਆਂ ਉਮੀਦਾਂ ਨੇ ਲੋਕਾਂ ਨੂੰ। ਇਹ ਨੌਕਰੀਆਂ ਕੱਢਣ ਤੋਂ ਪਹਿਲਾਂ, ਇਹ ਨੌਕਰੀਆਂ ਅਸਾਮੀਆਂ ਭਰਨ ਤੋਂ ਪਹਿਲਾਂ ਇਹ ਬੋਨਾਫਾਈਡ ਜਾਰੀ ਕੀਤਾ ਜਾਵੇ ਦੂਜੇ ਸੂਬਿਆਂ ਦੀ ਤਰਜ਼ ਉਹਦੇ ਆਧਾਰ ਦੇ ਉੱਤੇ ਕਿ ਜਿਹੜਾ ਬੰਦਾ ਬੋਨਾਫਾਈਡ
ਸਰਟੀਫਿਕੇਟ ਲੈ ਕੇ ਆਊਗਾ ਜਿਹੜਾ ਬੰਦਾ ਪੰਜਾਬ ਦਾ ਪੀੜ੍ਹੀ ਦਰ ਪੀੜ੍ਹੀ ਪਿਓ ਦਾਦੇ ਪੜਦਾਦਿਆਂ ਤੋਂ ਪੰਜਾਬ 'ਚ ਰਹਿ ਰਿਹਾ ਹੈ, ਉਹੀ ਬੰਦਾ ਨੌਕਰੀ ਲਈ ਅਪਲਾਈ ਕਰ ਸਕੂਗਾ। ਸਿਧਾਣਾ ਨੇ ਅਫਸੋਸ ਪ੍ਰਗਟ ਕਰਦਿਆਂ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਇੱਕ ਫੈਕਟਰੀ ਨੇ 800 ਪੰਜਾਬੀ ਮੁੰਡਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਬਿਨਾਂ ਨੋਟਿਸ ਦਿੱਤੇ ਹੋਏ। 15 ਦਿਨਾਂ ਤੋਂ ਸੜਕਾਂ ਤੇ ਬੈਠੇ ਨੇ ਪਰ ਕੋਈ ਵੀ ਉਹਨਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। ਲੱਖਾ ਸਿਧਾਣਾ ਨੇ ਪੰਜਾਬ ਤੇ ਪੰਜਾਬੀ ਨਾਲ ਜੁੜੇ ਹੋਰ ਮਸਲਿਆਂ ਤੇ ਵੀ ਸਰਕਾਰ ਨੂੰ ਗੌਰ ਕਰਨ ਦੀ ਅਪੀਲ ਕੀਤੀ। ਤੰਜ ਕਸਦਿਆਂ ਕਿਹਾ ਭਗਵੰਤ ਮਾਨ ਤੇ ਕਿ ਅਸੀਂ ਕਿਤੇ ਗੁਜਰਾਤ ਵਿੱਚ ਜਾ ਕੇ ਚਰਖਾ ਕੱਤਦੇ ਹੀ ਨਾ ਰਹਿ ਜਾਈਏ ਤੇ ਹੁਣ ਇਕੱਲੇ ਮਤੇ ਪਾਉਣ ਦੇ ਨਾਲ ਵੀ ਕੁਝ ਨਹੀਂ ਬਣਨਾ ਹੈਗਾ, ਗੱਲ ਨਹੀਂ ਬਣਨੀ। ਲੱਖਾ ਸਿਧਾਣਾ ਨੇ ਭਗਵੰਤ ਮਾਨ ਸਮੇਤ ਸਾਰੇ ਲੀਡਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਜਾ ਕੇ ਬੈਠਣ ਲਈ ਕਿਹਾ। ਦਾਅਵਾ ਵੀ ਕੀਤਾ ਕਿ ਜੇ ਤੁਸੀਂ ਖੜੋਗੇ ਪੰਜਾਬ ਲਈ ਤਾਂ ਪੂਰਾ ਪੰਜਾਬ ਤੁਹਾਡੇ ਨਾਲ ਖੜੇਗਾ। ਕੌਮਾਂਤਰੀ ਮੀਡੀਆ ਦੇ ਵਿੱਚ ਵੀ ਗੱਲ ਜਾਵੇਗੀ। ਪੰਜਾਬ ਦੇ ਲੋਕਾਂ ਨੂੰ ਵੀ ਸਿਧਾਣੇ ਨੇ ਅਪੀਲ ਕੀਤੀ ਕਿ ਪੰਜਾਬ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਮੋਰਚਾ ਲਾਇਆ ਜਾਵੇ ਤੇ ਪਹਿਲੀ ਅਪੀਲ ਉਹਨਾਂ ਨੇ ਭਗਵੰਤ ਮਾਨ ਨੂੰ ਕੀਤੀ ਹੈ ਕਿ ਸਭ ਤੋਂ ਪਹਿਲ ਭਗਵੰਤ ਸਿੰਘ ਮਾਨ ਕਰਨ ਮੋਰਚਾ ਲਾਉਣ ਦੀ ਤੇ ਨਾਲ ਸਾਰਾ ਪੰਜਾਬ ਖੜੂਗਾ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ। ਰਵਨੀਤ ਬਿੱਟੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖਿਆ ਹੈ ਤੇ ਖਾਂ ਪੱਕੀ ਹੁੰਗਾਰੇ ਦੀ ਉਮੀਦ ਹੈ। ਹਾਲਾਂਕਿ ਟਵੀਟ 'ਚ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਤੇ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ। ਲੁਧਿਆਣਾ ਸ਼ਹਿਰ ਵਿੱਚ ਹੋਏ ਇੱਕ ਕਾਂਗਰਸੀ ਵਰਕਰ ਦੇ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸਾਬਕਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮ੍ਰਿਤਕ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ, ਇਨਸਾਫ ਦੀ ਮੰਗ ਕੀਤੀ। ਵਾਰਡ ਨੰਬਰ 12 ਦੇ ਪ੍ਰਧਾਨ ਮੰਗਤ ਰਾਮ ਦਾ ਕਥਿਤ ਤੌਰ ਤੇ ਅਕਾਲੀ ਵਰਕਰਾਂ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਕੋਈ ਖਾਸ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਇੰਨਾ ਕਿ ਇਨਫੋਰਮ ਕਰਨਾ ਚਾਹੀਦਾ ਸੀ ਸਾਨੂੰ, ਲੇਕਿਨ ਸਾਨੂੰ ਪੁਲਿਸ ਦੀ ਇੱਜ਼ਤ ਹੈ। ਅਸੀਂ ਬੁੱਧਵਾਰ ਤੱਕ ਦਾ ਟਾਈਮ ਦਿੰਨੇ ਆ, ਨਹੀਂ ਤੇ ਫਿਰ ਕਮਿਸ਼ਨਰੇਟ ਘੇਰਾਂਗੇ ਔਰ ਮੈਂ ਸਭ ਤੋਂ ਅੱਗੇ ਖੜੂੰਗਾ ਜੋ ਮਰਜ਼ੀ ਹੋ ਜੇ, ਕਿਉਂਕਿ ਇਸ ਤੋਂ ਉੱਤੇ ਸਾਡੇ ਲਈ ਕੋਈ ਲੜਾਈ ਨਹੀਂ। ਕਾਂਗਰਸ ਦਾ ਵਰਕਰ ਹੋਵੇ ਜਾਂ ਅੱਜ ਜਲੰਧਰ ਸ਼ਰੇਆਮ ਗੋਲੀਆਂ ਚੱਲੀਆਂ ਨੇ ਜਾਂ ਕੋਈ ਬੰਦਾ ਹੋਵੇ, ਫਿਰੋਜ਼ਪੁਰ ਉਸ ਮੁੰਡੇ ਦਾ ਕੀ ਕਸੂਰ ਸੀ ਜਿਹਦੇ 25 ਬੰਦਿਆਂ ਨੇ ਗੋਲੀਆਂ ਚਲਾ ਕੇ ਗੈਂਗ ਵਾਰ ਚੱਲ ਰਹੇ ਨੇ, ਕਿਤੇ ਕਾਰਾਂ ਖੋਈਆਂ ਜਾ ਰਹੀਆਂ ਨੇ, ਕਿਤੇ ਜਨਾਨੀਆਂ ਦੇ ਸਿਰਾਂ ਦੇ ਵਿੱਚ ਰੋਡਾਂ ਮਾਰੀਆਂ ਜਾ ਰਹੀਆਂ ਨੇ। ਇਹ ਹੋ ਕੀ ਰਿਹਾ ਪੰਜਾਬ 'ਚ? ਕਾਂਗਰਸ ਪਾਰਟੀ ਦੇ ਵੱਲੋਂ ਮਹਿੰਗਾਈ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਇਸੇ ਲੜੀ ਦੇ ਵਿੱਚ 4 ਅਪ੍ਰੈਲ ਨੂੰ ਫਿਰ ਤੋਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰੋਟੈਸਟ ਕੀਤੇ ਗਏ। ਮਾਨਸਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਾਂਗਰਸ ਦੇ ਵਰਕਰਾਂ ਤੇ ਲੀਡਰਾਂ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਜਿਹੜੇ ਵਾਧੇ ਨੇ ਉਹਨਾਂ ਦੇ ਖਿਲਾਫ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਬੱਸ ਸਟੈਂਡ ਚੌਂਕ ਦੇ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮਹਿੰਗਾਈ ਤੇ ਠੱਲ ਪਾਉਣ ਦੀ ਮੰਗ ਕੀਤੀ। ਜ਼ਿਲ੍ਹਾ ਕਾਂਗਰਸ ਕਮੇਟੀ ਦੀ ਟੀਮ ਵੱਲੋਂ ਅਸੀਂ ਅੱਜ ਇੱਥੇ ਧਰਨਾ ਲਾਇਆ ਕਿਉਂਕਿ ਬੀਜੇਪੀ ਸਰਕਾਰ ਪਿਛਲੇ 10 ਸਾਲਾਂ ਤੋਂ ਕਾਬਜ਼ ਆ। ਉਹਨਾਂ ਦੀ ਦਿਨੋਂ ਦਿਨ ਮਹਿੰਗਾਈ ਵੱਧਦੀ ਤੇ ਜਿਹੜਾ ਗਰੀਬ ਇਨਸਾਨ ਦਿਨੋਂ ਦਿਨ ਉਹਨਾਂ ਦੀ ਚਪੇਟ ਚ ਆ ਰਿਹਾ, ਉਸ ਨੂੰ ਲੈ ਕੇ ਅਸੀਂ ਅੱਜ ਧਰਨਾ ਲਾਇਆ। ਪਿਛਲੇ 7 ਸਾਲਾਂ ਤੋਂ ਕਾਂਗਰਸ ਪਾਰਟੀ ਨੇ ਸਰਕਾਰ ਰਹੀ ਹੈ। ਉਦੋਂ ਡੀਏਪੀ ਦਾ ਰੇਟ 400-450 ਬੋਰੀ ਹੁੰਦਾ, ਅੱਜ 1200-1250 ਅੱਜ ਰੇਟ ਆ ਆਉਣ ਵਾਲੇ 8 ਸਾਲਾਂ ਵਿੱਚ। ਡੀਜ਼ਲ ਦਾ ਰੇਟ 40-45 ਤੇ ਪੈਟਰੋਲ ਦਾ 50 ਦਿਨ ਰੇਟ ਹੁੰਦਾ ਆਉਣ ਵਾਲੇ 60 ਸਾਲਾਂ ਦੇ ਵਿੱਚ, ਪਿਛਲੇ 60 ਸਾਲਾਂ ਵਿੱਚ। ਪਰ ਹੁਣ ਇਹਨਾਂ ਦੀ 8-9 ਸਾਲਾਂ ਦੀ ਸਰਕਾਰ, ਜਿਹੜੇ 10 ਸਾਲ ਸਰਕਾਰ ਹੋ ਗਏ ਇਹਨਾਂ ਨੂੰ, ਉਹਨਾਂ ਦੇ ਵਿੱਚ ਅੱਜ ਡੀਜ਼ਲ ਰੇਟ 90 ਰੁਪਏ, ਪੈਟਰੋਲ ਦੇ 103 ਰੁਪਏ, LPG 350 ਵੱਧ ਕੇ 1000 ਰੁਪਏ ਹੋ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅੱਗੇ ਮਹਿੰਗਾਈ ਵਧੂਗੀ। ਇਸ ਕਰਕੇ ਅਸੀਂ ਅੱਜ ਇੱਥੇ ਧਰਨਾ ਲਾਇਆ, ਆਪਦਾ ਰੋਸ ਪ੍ਰਦਰਸ਼ਨ ਕਰ। ਪੰਜਾਬ ਦੇ ਲੀਡਰਾਂ ਨੂੰ ਲੈ ਕੇ ਇੱਕ ਬੜਾ ਦਿਲਚਸਪ ਮਸਲਾ ਸ਼ੁਰੂ ਹੋਇਆ ਹੈ, ਮਸਲਾ ਉੱਠਿਆ ਹੋਇਆ ਹੈ, ਜਿਸ ਨੂੰ ਸੁਣ ਕੇ, ਜਿਸ ਨੂੰ ਦੇਖ ਕੇ ਇਹੀ ਸਵਾਲ ਮਨ ਦੇ ਵਿੱਚ ਉੱਠਦਾ ਹੈ ਕਿ ਮੰਤਰੀਆਂ ਦੇ ਘਰਾਂ ਦਾ ਫਰਨੀਚਰ ਕੀ ਸਿਉਂਕ ਖਾ ਗਈ ਹੈ ਤੇ ਸਿਉਂਕ ਕਿਹੜੀ ਹੈ ਉਹ ਸ਼ਾਇਦ ਸਭ ਦੇ ਸਾਹਮਣੇ ਹੈ। ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਵਿੱਚੋਂ ਸਮਾਨ ਚੋਰੀ ਹੋਣ ਤੋਂ ਬਾਅਦ ਹੁਣ ਇੱਕ ਹੋਰ ਇਲਜ਼ਾਮ ਲਾਇਆ ਹੈ ਆਮ ਆਦਮੀ ਪਾਰਟੀ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ। ਉਹਨਾਂ ਨੇ ਵੀ ਕਿਹਾ ਕਿ ਮੇਰੀ ਸਰਕਾਰੀ ਰਿਹਾਇਸ਼ ਦਾ ਫਰਨੀਚਰ ਵੀ ਗਾਇਬ ਹੈ। ਆਮ ਆਦਮੀ ਪਾਰਟੀ ਪ੍ਰਸ਼ਾਸਨ ਦੇ ਵੱਲੋਂ ਪੰਚਾਇਤ ਮੰਤਰੀ ਨੂੰ 4 ਦਿਨ ਪਹਿਲਾਂ ਸੈਕਟਰ 39 ਵਿੱਚ 752 ਨੰਬਰ ਕੋਠੀ ਅਲਾਟ ਹੋਈ ਸੀ। ਜਦੋਂ ਆਪਣਾ ਘਰ ਦੇਖਣ ਆਏ ਤਾਂ ਪੂਰਾ ਸਮਾਨ ਕਹਿੰਦੇ ਸਜਿਆ ਪਿਆ ਸੀ, ਪਰ 2 ਦਿਨ ਪਹਿਲਾਂ ਜਦੋਂ ਘਰ ਦਾ ਗੇੜਾ ਲਾਇਆ ਤਾਂ ਫਰਨੀਚਰ ਗਾਇਬ ਸੀ ਤੇ ਘਰ ਦੀ ਅੰਦਰੋਂ ਕਈ ਥਾਵਾਂ ਤੇ ਤੋੜ ਭੰਨ ਵੀ ਕੀਤੀ ਹੋਈ ਸੀ। ਉਹਨਾਂ ਨੇ ਮਾਮਲੇ ਦੀ ਜਾਂਚ ਕਰਾਉਣ ਦੇ ਹੁਕਮ ਦੇ ਦਿੱਤੇ ਨੇ। ਨਾਲ ਹੀ ਕਿਹਾ ਕਿ ਹਾਲੇ ਤੱਕ ਸਮਝ ਨਹੀਂ ਸਕੇ ਕਿ ਲੀਡਰ ਸਿਆਸਤਦਾਨ ਨੇ ਜਾਂ ਫਿਰ ਡਾਕੂ ਨੇ।
ਤੇ ਜਿਹੇ ਇਲਜ਼ਾਮ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵੀ ਲੱਗੇ ਨੇ ਤੇ ਨਾਲ ਹੀ ਗੁਰਪ੍ਰੀਤ ਸਿੰਘ ਕਾਂਗੜ ਇਹ ਵੀ ਕੈਬਨਿਟ ਮੰਤਰੀ ਰਹੇ ਨੇ, ਉਹਨਾਂ ਤੇ ਵੀ ਜਿਹੇ ਇਲਜ਼ਾਮ ਲੱਗੇ ਨੇ। ਇਸ ਦਰਮਿਆਨ ਕਾਂਗਰਸ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਲ, ਜਿਨ੍ਹਾਂ ਨੂੰ ਜੋ ਕਿਹਾ ਜਾਂਦਾ, ਉਹਨਾਂ ਨੇ ਸਰਕਾਰੀ ਕੋਠੀਆਂ ਵਿੱਚੋਂ ਸਮਾਨ ਗਾਇਬ ਹੋਣ ਦੀਆਂ ਖਬਰਾਂ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਪੱਖ ਪੂਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ। ਦਾਅਵਾ ਕੀਤਾ ਕਿ ਮਨਪ੍ਰੀਤ ਬਾਦਲ ਦੀ ਸਰਕਾਰੀ ਕੋਠੀ ਚੋਂ ਕੋਈ ਵੀ ਫਰਨੀਚਰ ਗਾਇਬ ਨਹੀਂ ਹੋਇਆ। PWD ਨੂੰ ਫਰਨੀਚਰ ਦੀ 1,82,000 ਦੀ ਪੇਮੈਂਟ ਕਰ ਦਿੱਤੀ ਗਈ ਹੈ ਤੇ ਫਰਨੀਚਰ ਕਹਿੰਦੇ ਹੈਰੀਟੇਜ ਨਹੀਂ, ਸਿਰਫ 15 ਸਾਲ ਪੁਰਾਣਾ ਫਰਨੀਚਰ ਹੈ। 2008 ਦੇ ਵਿੱਚ ਮਨਪ੍ਰੀਤ ਬਾਦਲ ਨੇ ਫਰਨੀਚਰ ਤਿਆਰ ਕਰਵਾਇਆ ਸੀ ਤੇ ਬਾਅਦ ਵਿੱਚ ਫਰਨੀਚਰ 2017 ਦੇ ਵਿੱਚ PWD ਦੇ ਸਟੋਰ ਚੋਂ ਕਢਵਾਇਆ ਸੀ, ਕਿਉਂਕਿ ਜਦੋਂ ਅਕਾਲੀ ਮੰਤਰੀ ਇਸ ਕੋਠੀ ਵਿੱਚ ਆਏ ਤਾਂ ਉਹਨਾਂ ਨੇ ਫਰਨੀਚਰ PWD ਸਟੋਰ ਦੇ ਵਿੱਚ ਰਖਵਾ ਦਿੱਤਾ ਸੀ। ਉਹਨਾਂ ਦਾਅਵਾ ਕੀਤਾ ਕਿ PWD ਵਿਭਾਗ ਦੇ ਕੋਲ ਪੇਮੈਂਟ ਦਾ 24 ਤਰੀਕ ਦਾ ਚੈੱਕ ਵੀ ਹੈ ਤੇ ਅਸੀਂ ਹਰੇਕ ਸਮਾਨ ਦੀ ਲਿਸਟ ਬਣਾ ਕੇ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ। ਬਿਲਕੁਲ ਵੀ ਪੁਰਾਣਾ ਫਰਨੀਚਰ ਨਹੀਂ ਸੀ। ਇਹ ਜਦੋਂ 2008 ਦੇ ਵਿੱਚ ਅਸੀਂ ਮਨਪ੍ਰੀਤ ਜੀ FM ਬਣੇ ਸੀ, ਪੌਬੀ ਸੇਖੋਂ ਗੈਪ ਫਰਨੀਚਰ ਵਾਲੇ ਸੈਕਟਰ 40 ਚ ਉਹਨਾਂ ਦਾ ਸ਼ੋਰੂਮ ਸੀ, ਉਹਨਾਂ ਤੋਂ ਤਿਆਰ ਕਰਾਇਆ ਸੀ। ਉਹਨਾਂ ਮੁਹਾਲੀ ਸ਼ਿਫਟ ਹੋ ਗਏ। ਉਹਨਾਂ ਦਿਨਾਂ ਦੇ ਵਿੱਚ ਇਹ ਕੋਈ 1.5 ਲੱਖ 1,60,000 ਰੁਪਏ ਦਾ ਇਹ ਤਿਆਰ ਕੀਤਾ ਸੀ ਸਾਰਾ, ਜੋ ਇਹ 4 ਆਈਟਮ ਹੈਗੇ ਆ। ਤੇ 15 ਸਾਲ ਬਾਅਦ ਜਦੋਂ ਅਸੀਂ ਇਹ ਕੋਠੀ ਵਕੇਟ ਕੀਤੀ ਤੇ ਅਕਾਲੀ ਦਲ ਦੇ ਨਵੇਂ ਮਿਨਿਸਟਰ ਉਸ ਕੋਠੀ ਚ ਆਏ, ਉਹਨਾਂ ਨੇ ਇਹ ਯੂਜ਼ ਨਹੀਂ ਕੀਤਾ, ਉਹਨਾਂ ਨੇ PWD ਦੇ ਸਟੋਰ 'ਚ ਸਿੱਟਤਾ ਹੈ। ਜਦੋਂ 2017 ਚ ਦੁਬਾਰਾ ਤੋਂ ਮਨਪ੍ਰੀਤ ਜੀ FM ਬਣੇ, ਇਹ PWD ਦੇ ਸਟੋਰ 'ਚੋਂ ਕਢਾਇਆ ਕਿ ਉਹ ਪੁਰਾਣਾ ਫਰਨੀਚਰ ਕਿੱਥੇ ਗਿਆ। ਤੇ ਜਿਹੜਾ ਸਮਾਨ 10 ਸਾਲ ਕਿਸੇ PWD ਦੇ ਸਟੋਰ 'ਚ ਪਿਆ ਰਵੇ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਉਹਦੇ ਕੀ ਹਾਲਾਤ ਹੋਣਗੇ। ਉਹਨੂੰ ਠੀਕ ਕਰਾਇਆ, ਪਾਲਿਸ਼ ਕਰਾਇਆ, ਨਵਾਂ ਕੱਪੜਾ ਚੜਾਇਆ, ਦੁਬਾਰਾ ਤੋਂ ਯੂਜ਼ ਕੀਤਾ। ਫਿਰ PWD ਨੇ ਆਪਸ਼ਨ ਦੇ ਦਿੱਤੀ ਵੀ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਪੇਮੈਂਟ ਕਰ ਦਿਓ। 15 ਸਾਲ ਪੁਰਾਣੇ ਦੀ ਪੇਮੈਂਟ 1,82,000 ਦਿੱਤੀ, ਜਦੋਂ ਕਿ ਉਹਨਾਂ ਦਿਨਾਂ 'ਚ ਅਸੀਂ 1,60,000 ਕੀਤੀ ਸੀ। ਵੈਰੀਫਾਈ ਕਰ ਲਓ ਸਾਰੀ ਗੱਲਾਂ। ਤੇ 24 ਤਰੀਕ ਨੂੰ ਚੈੱਕ ਦਿੱਤਾ। ਇਹ ਨਹੀਂਗਾ ਕਿ ਜੇ ਅੱਜ ਖਬਰ ਹੋਈ ਅਸੀਂ ਕੋਈ ਬੈਕ ਡੇਟ ਤੇ ਚੈੱਕ ਦੇਤਾ। ਅਨਨੈਸੈਸਰੀ ਡੇਲੀ ਪੋਸਟਰ ਗਾਣੇ ਦੀ ਖਬਰ ਬਣਾਤੀ ਕਿ ਜੀ ਮੰਤਰੀ ਸਮਾਨ ਚੱਕ ਕੇ ਲੈ ਗਏ, ਇਹ ਲੈ ਗਏ। ਇੱਕੋ ਹੀ ਅਸੀਂ ਹਾਂ ਜਿਨ੍ਹਾਂ ਨੇ ਵੀਡੀਓਗ੍ਰਾਫੀ ਕਰਾਈ ਹੈ। ਅਸੀਂ ਹਰ ਇੱਕ ਸਮਾਨ ਦੇ ਲਿਸਟ ਬਣਾ ਕੇ, ਆਈਟਮ ਵਾਈਜ਼, ਪੁਆਇੰਟ ਵਾਈਜ਼ ਲਿਸਟ ਬਣਾ ਕੇ ਉਹਦੀ ਵੀਡੀਓਗ੍ਰਾਫੀ ਕੀਤੀ ਹੈ। ਤੇ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਬਾਰੇ ਵੀ ਜਦੋਂ ਖਬਰਾਂ ਸਾਹਮਣੇ ਆਈਆਂ ਸੀ ਤਾਂ ਉਹਨਾਂ ਨੇ ਪੇਮੈਂਟ ਦੀ ਜਿਹੜੀ ਰਸੀਦ ਹੈ ਉਹ ਵੀ ਲੋਕਾਂ ਸਾਹਮਣੇ ਜਨਤਕ ਕੀਤੀ। ਯਾਤਰਾ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ 에ਅਰਲਾਈਨਸ ਦੇ ਵਿੱਚੋਂ ਇੱਕ ਕਤਰ 에ਅਰਵੇਜ਼ ਨੇ ਅੰਮ੍ਰਿਤਸਰ ਅਤੇ ਦੋਹਾ ਦੇ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਪਿਛਲੇ ਦਿਨੀ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਸਾਰੀਆਂ ਓਪਨ ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਹੜੀਆਂ 2 ਸਾਲ ਤੋਂ ਬੰਦ ਪਈਆਂ ਸੀ ਤੇ ਹੁਣ ਸਾਰੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਨੇ। ਤੇ ਹੁਣ ਕਤਰ 에ਅਰਲਾਈਨਸ ਨੇ ਵੀ ਮੁੜ ਤੋਂ ਆਪਣੀਆਂ ਸੇਵਾਵਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸ਼ੁਰੂ ਕਰ ਦਿੱਤੀਆਂ ਨੇ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਤਰ 에ਅਰਵੇਜ਼ ਅੰਮ੍ਰਿਤਸਰ ਨੂੰ ਪਿਛਲੇ 12 ਸਾਲਾਂ ਤੋਂ ਦੋਹਾ ਰਾਹੀਂ ਦੁਨੀਆ ਭਰ ਦੇ 140 ਤੋਂ ਵੀ ਵੱਧ ਸ਼ਹਿਰਾਂ ਦੇ ਨਾਲ ਜੋੜਦੀ ਹੈ, ਜਿਹਦੇ ਵਿੱਚ ਯੂਰਪ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਅਫਰੀਕਾ ਆਦਿ ਮੁਲਕਾਂ ਦੇ ਹਵਾਈ ਅੱਡੇ ਸ਼ਾਮਲ ਨੇ। ਸਿਰਫ ਤਕਰੀਬਨ ਜਿਹੜੇ ਭਾਰਤ ਸਰਕਾਰ ਨਾਲ ਉਹਨਾਂ ਦੇ ਹਵਾਈ ਸਮਝੌਤੇ ਨੇ ਉਸ ਦੇ ਤਹਿਤ ਉਹ ਸਿਰਫ 7 ਫਲਾਈਟਸ ਜਿਹੜੀਆਂ ਨੇ ਉਹ ਹਫ਼ਤੇ ਦੀਆਂ ਲਿਆ ਸਕਦੇ ਨੇ ਤੇ ਉਹ ਵੀ ਜਿਹੜਾ ਜਹਾਜ਼ ਹੈ ਉਹਨਾਂ ਨੂੰ 1300 ਤੋਂ ਵੱਧ, ਤਕਰੀਬਨ 1300 ਤੋਂ ਵੱਧ ਜਿਹੜੇ ਨੇ ਯਾਤਰੀ ਉਹ ਉੱਤੇ ਹਫ਼ਤੇ ਵਿੱਚ ਸਫ਼ਰ ਨਹੀਂ, ਉਹ ਜਿਹੜੀਆਂ ਸੀਟਸ ਨੇ ਆਫਰ ਨਹੀਂ ਕਰ ਸਕਦੇ, ਕਿਉਂਕਿ ਇਹ ਹਵਾਈ ਸਮਝੌਤੇ ਵਿੱਚ ਹੈ। ਭਾਰਤ ਸਰਕਾਰ ਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅਸੀਂ ਵੀ ਰਿਕੁਐਸਟ ਕਰ ਚੁੱਕੇ ਹਾਂ ਕਿ ਉਹਨਾਂ ਨੂੰ ਜਿਹੜੀ ਹੈ ਹਵਾਈ ਸਮਝੌਤਿਆਂ ਵਿੱਚ ਸੋਧ ਕਰਕੇ ਤੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ, ਪਰ ਇਹ ਜਿਹੜੀ ਹੈ ਹਾਲੇ ਇਸ ਵਿੱਚ ਜਿਹੜੀ ਹੈ ਸੋਧ ਨਹੀਂ ਕੀਤੀ ਗਈ। ਅੰਮ੍ਰਿਤਸਰ ਤੋਂ ਲੰਡਨ ਹੀਥਰੋ ਲਈ ਇਸ ਸਮੇਂ 3 ਉਡਾਨਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਇਸੇ ਤਰ੍ਹਾਂ ਬਰਮਿੰਗਮ ਲਈ ਵੀ ਹਫ਼ਤੇ ਵਿੱਚ ਇੱਕ ਉਡਾਨ ਹੈ। ਸੋ ਹੋਰਨਾਂ 에ਅਰਲਾਈਨਸ ਜਿਹੜੀਆਂ ਅੰਤਰਰਾਸ਼ਟਰੀ ਫਲਾਈਟ ਜਿਹੜੀਆਂ ਪਹਿਲਾਂ ਆਪਰੇਟ ਹੁੰਦੀਆਂ ਸਨ, ਸਿੰਗਾਪੁਰ ਉਹ ਵੀ ਸ਼ੁਰੂ ਹੋ ਗਈ ਹੈ ਤੇ ਉਮੀਦ ਹੈ ਕੁਆਲਾਲੰਪੁਰ ਤੇ ਹੋਰਨਾਂ ਜਿਹੜੇ ਡੈਸਟੀਨੇਸ਼ਨਸ ਨੇ ਉਹ ਫਲਾਈਟਸ ਫਿਰ ਤੋਂ ਸ਼ੁਰੂ ਹੋਣਗੀਆਂ। ਧੰਨਵਾਦੀ ਹਾਂ ਸਾਰਿਆਂ ਦੇ, ਪੰਜਾਬੀਆਂ ਦੇ ਜਿਹੜੇ ਅੰਮ੍ਰਿਤਸਰ 에ਅਰਪੋਰਟ ਨੂੰ ਪ੍ਰੈਫਰ ਕਰਦੇ ਨੇ। ਇਸ ਨਾਲ ਯਾਤਰੀਆਂ ਦੀ ਗਿਣਤੀ ਵਧੇਗੀ ਤੇ ਹੋਰ ਵੀ ਉਡਾਨਾਂ ਸ਼ੁਰੂ ਹੋਣਗੀਆਂ। ਵੱਖ-ਵੱਖ ਥਾਵਾਂ ਤੋਂ ਕੁਝ ਕ੍ਰਾਈਮ ਦੇ ਨਾਲ ਤੇ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਚੰਡੀਗੜ੍ਹ ਮਨਾਲੀ ਹਾਈਵੇ ਤੇ ਮੰਡੀ ਜ਼ਿਲ੍ਹੇ ਦੇ ਪੰਡੋ ਨੇੜੇ ਇੱਕ ਬੱਸ ਪਹਾੜ ਦੀ ਕੰਧ ਨਾਲ ਟਕਰਾ ਗਈ।
गई, जिस कारण ड्राइवर की मौत हो गई ते 40 यात्री जख्मी हो गए। पुलिस मुताबिक बस कुल्लू तो मंडी जा रही सी ते बस दा ड्राइवर संतुलन गुआ बैठिया ते बस पूरे जोर नाल कंध नाल टकरा गई। एसपी मंडी शालिनी अग्निहोत्री ने दस्सिया कि घटना दे असल कारणों दा हालांकि जांच कीती जा रही है। वामा तो खबर है जिथे पिंड लजरा दे विच 2 बिहारी मजदूरां दी गोलियां मार के हत्या कर दित्ती गई है ते दावा कीता प्रशासन ने कि दहशतगर्दां ने इन्हां नूं गोलियां मारियां ने। पिछले 12 घंटे दे विच 4 प्रवासी मजदूरां ते गोलियां वराईयां गईयां ने ते सोमवार नूं मरण वालियां दी पछाण पातलेश्वर कुमार ते जॉकी चौधरी वजों हुई है। इस तो पहला पठानकोट यानी कि पंजाब दे 2 लोकां नूं मार दित्ता गया सी जिहड़े कि उत्थे अपना रोजगार लैण दे लई गए होए सी। शिमला तो खबर है जिथे चंबा घाट के नेड़े रेलगड्डी पटड़ी तो लथ गई। शिमला कालका रेलवे लाइन शिमला तो कालका जा रही सी तां रेलगड्डी दे कुछ डब्बे चंबा घाट दे कोल पटड़ी तो उतर गए। हादसा रेलगड्डी दे गां दे नाल टकराउण तो बाद वापरिया। इस मौके रेलवे पुलिस ते स्टाफ पहुंच गए ते टीम वालों रेलगड्डी नूं मुड़ पटड़ी ते पाउण दी कोशिश कीती। हादसे कारण रेलगड्डियां दे कई रूट भी प्रभावित होए। पंजाब दे हलका लहरा गागा तो खबर मिल रही है जिथे आम आदमी पार्टी दे विधायक एडवोकेट बरिंदर गोयल नूं किसी ने जानो मारन दी धमकी ਦਿੱਤੀ। गोयल ਦੇ ਪੁੱਤਰ ਐਡਵੋਕੇਟ ਕਮ ਕਾਉਂਸਲਰ ਗੌਰਵ ਗੋਇਲ ਤੇ ਨਿੱਜੀ ਸਹਾਇਕ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬਰਿੰਦਰ ਗੋਇਲ ਨੂੰ ਰਾਤ ਨੂੰ ਫੋਨ ਕਾਲ ਆਈ ਐਤਵਾਰ ਰਾਤ ਨੂੰ 9:10 ਤੇ ਜਦੋਂ ਪੀਏ ਨੇ ਫੋਨ ਚੁੱਕਿਆ ਤਾਂ ਅਣਪਛਾਤੇ ਕਾਲਰ ਨੇ ਗਾਲਾਂ ਕੱਢਣ ਤੋਂ ਬਾਅਦ ਕਿਹਾ ਕਿ ਵਿਧਾਇਕ ਗੋਇਲ ਨੂੰ ਗੋਲੀਆਂ ਮਾਰ ਕੇ ਮਾਰ ਦੇਊਗਾ। ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਸ਼ਟੀ ਡੀਐਸਪੀ ਮਨੋਜ ਗੋਰਸੀ ਨੇ ਵੀ ਕੀਤੀ ਹੈ ਤੇ ਜਿੱਥੋਂ ਕਾਲ ਆਈ ਸੀ ਧਮਕੀ ਭਰੀ ਕਾਲ ਆਈ ਸੀ ਉਸ ਫੋਨ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਜਲਦੀ गिरफ्तार कर लवांगे। एक होर अपडेट यह है कि काउंटर इंटैलीजेंस माहिर एडीजीपी गौरव यादव नूं पंजाब दे मुख मंत्री भगवंत सिंह मान दा विशेष प्रमुख सकत्तर नियुक्त कर दिता गया है। नियुक्ति हैरान करन वाली दसी जा रही है इस करके क्योंकि ये अहुदा आम तौर ते आईएएस अधिकारी दे लई राखवा हुंदा है ते यादव पंजाब दे साबका डीजीपी पीसी डोगरा दा जवाई है। बुलेटिन दे विच कुछ खास ते अहम खबरां रूस यूक्रेन युद्ध दे नाल जुड़ियां दस दिंदे आ। रूस अते यूक्रेन दरमियान जारी जंग नूं थोड़े दिनां नूं 2 महीने हो जाणगे पर युद्ध लगातार जारी है। रूस लगातार यूक्रेन दे उत्ते चढ़ के जा रहा है। सोमवार नूं बुचा दे विच घटनावां वापरीਆਂ ने। यूक्रेन दे बुचा दे विच राजधानी कीव है जिहड़ी ओहदे नेड़े नागरिकां दा कतलेआम होया है ते इस तो बाद कौमांतरी पद्धर दे लीडरां ने इस घटना दी आलोचना कीती है। यूक्रेन दे अधिकारियों के मुताबिक शहर दे विच वख-वख थावां ते 410 लाशां मिलियां ने, बहुत वड्डी गिणती है ते नागरिकां दीयां लाशां दीयां तस्वीरां सामने आउण तो बाद कौमांतरी पद्धर ते रूस दी इस घटिया हरकत दी निखेधी हो रही है। हालांकि रूस ने कतलेआम दे इन्हां दाविआं नूं नकार दिता है। यूक्रेन के राष्ट्रपति वोलोदिमीर ज़ेलेंस्की ने रूस के इस हमले नूं नस्लकुशी करार दिता है, कतलेआम दस्सिया है। ਐਤਵਾਰ ਨੂੰ ਜ਼ੈਲੈਂਸਕੀ ਨੇ CBS ਨਿਊਜ਼ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਯੂਕਰੇਨ ਦੇ ਲੋਕ ਰੂਸ ਦੇ ਅਧੀਨ ਨਹੀਂ ਹੋਣਾ ਚਾਹੁੰਦੇ, ਗੁਲਾਮ ਨਹੀਂ ਬਣਨਾ ਚਾਹੁੰਦੇ, ਇਸੇ ਕਾਰਨ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ। ਜਦੋਂ ਉਹਨਾਂ ਤੋਂ ਪੱਤਰਕਾਰ ਨੇ ਇਹ ਪੁੱਛਿਆ ਕਿ ਜੋ ਰੂਸ ਕਰ ਰਿਹਾ ਹੈ ਕਿ ਉਸ ਨੂੰ ਕਤਲੇਆਮ ਕਿਹਾ ਜਾਏਗਾ ਤਾਂ ਜ਼ੈਲੈਂਸਕੀ ਨੇ ਕਿਹਾ ਬਿਲਕੁਲ ਇਹ ਇੱਕ ਕਤਲੇਆਮ ਹੀ ਹੈ। ਇਸ ਮੁਲਕ ਅਤੇ ਉੱਥੋਂ ਦੇ ਲੋਕਾਂ ਦਾ, ਸਾਡੇ ਲੋਕਾਂ ਦਾ ਤੇ ਸਾਡੇ ਮੁਲਕ ਦਾ ਸਫਾਇਆ ਕੀਤਾ ਜਾ ਰਿਹਾ ਹੈ। ਅਸੀਂ ਯੂਕਰੇਨੀ ਨਾਗਰਿਕ ਹਾਂ। ਸਾਡੇ ਇੱਥੇ 100 ਤੋਂ ਵੱਧ ਮੁਲਕਾਂ ਦੇ ਨਾਗਰਿਕ ਰਹਿੰਦੇ ਨੇ ਤੇ ਇਹਨਾਂ ਸਾਰੇ 100 ਤੋਂ ਵੱਧ ਮੁਲਕਾਂ ਦੇ ਨਾਗਰਿਕਾਂ ਨੂੰ ਬਰਬਾਦ ਕਰਨ ਵਰਗਾ ਹੈ। ਜ਼ੈਲੈਂਸਕੀ ਨੇ ਕਿਹਾ ਕਿ ਸਾਡੀ ਜ਼ਮੀਨ ਤੇ ਕੀਤੇ ਗਏ ਹਰ ਜ਼ੁਲਮ ਦੀ ਜਾਂਚ ਹੋਵੇਗੀ। ਅਜਿਹੇ ਜ਼ੁਲਮ ਕਰਨ ਵਾਲਿਆਂ ਦੇ ਨਾਮ ਕਾਤਲਾਂ ਦੀ ਕਿਤਾਬ ਦੇ ਵਿੱਚ ਦਰਜ ਹੋਣਗੇ ਤੇ ਉਹਨਾਂ ਨੂੰ ਸਜ਼ਾ ਮਿਲੇਗੀ। ਫਰਾਂਸ ਦੇ ਰਾਸ਼ਟਰਪਤੀ ਦੇ ਮੁਤਾਬਿਕ ਇਹ ਇੱਕ ਜੰਗੀ ਅਪਰਾਧ ਹੈ। ਉਹਨਾਂ ਨੇ ਰੂਸ ਤੇ ਹੋਰ ਸਖਤ ਪਾਬੰਦੀਆਂ ਲਾਉਣ ਦੀ ਅਪੀਲ ਕੀਤੀ ਹੈ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਇਹ ਸਬੂਤ ਹੈ ਕਿ ਰੂਸ ਦੇ ਵੱਲੋਂ ਜੰਗੀ ਅਪਰਾਧ ਕੀਤੇ ਜਾ ਰਹੇ ਨੇ। ਇੰਨੇ ਨਾਗਰਿਕਾਂ ਦੀਆਂ ਲਾਸ਼ਾਂ ਮਿਲਣੀਆਂ ਕਿਸੇ ਵੀ ਵੱਡੀ ਹਰਕਤ ਤੋਂ, ਜੰਗੀ ਅਪਰਾਧ ਤੋਂ ਘੱਟ नहीं है। उधर संयुक्त राष्ट्र ने जो आंकड़े जारी किए ने उसके मुताबिक तकरीबन 25 लाख लोग यूक्रेन छड़ के पोलैंड चले गए ने। रूस ते यूक्रेन दे दरमियान जिहड़ी जंग चल रही है उस दे विच तकरीबन 1400 तो वध नागरिकां दी भी जान गई है। 410 दे आंकड़े तां ताज़ा सामने आए ने ते संयुक्त राष्ट्र ने पुष्टि की है कि हुण तक इस जंग दे विच 1400 तो वध लोग मारे गए ने ते हुण तक 2000 तो वध लोग जख्मी भी होए ने। इस दरमियान यूक्रेन दे राष्ट्रपति
ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦਾ ਇੱਕ ਰਿਕਾਰਡ ਕੀਤਾ ਗਿਆ ਸੰਬੋਧਨ 64ਵੇਂ ਗ੍ਰੈਮੀ ਅਵਾਰਡਸ ਦੇ ਵਿੱਚ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਲਾਕਾਰਾਂ ਨੂੰ ਚੁੱਪ ਨਾ ਰਹਿਣ ਦੀ ਅਪੀਲ ਕੀਤੀ ਹੈ। ਸੰਬੋਧਨ ਦੇ ਵਿੱਚ ਜ਼ੈਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਸੰਗੀਤਕਾਰ ਹਸਪਤਾਲ ਦੇ ਵਿੱਚ ਜ਼ਖਮੀ ਨਾਗਰਿਕਾਂ ਦੇ ਲਈ ਗਾ ਰਹੇ ਨੇ। ਗ੍ਰੈਮੀ ਦੇ ਵਿੱਚ ਮੌਜੂਦ ਕਲਾਕਾਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਉਹ ਹਰ ਸੰਭਵ ਤਰੀਕੇ ਦੇ ਨਾਲ ਯੂਕਰੇਨ ਨੂੰ ਸਮਰਥਨ ਦੇਣ, ਪਰ ਉਹ ਚੁੱਪ ਨਾ ਰਹਿਣ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਅਹਿਮ ਖਬਰਾਂ ਪੂਰੇ ਭਾਰਤ ਦੀਆਂ ਤੁਹਾਨੂੰ ਦੱਸ ਦਿੰਦੇ ਹਾਂ। ਪੈਟਰੋਲ ਡੀਜ਼ਲ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਨੇ। ਰਾਹੁਲ ਗਾਂਧੀ ਨੇ ਹਮਲਾ ਬੋਲਦਿਆਂ ਕਿਹਾ, ਟਵੀਟ ਕਰਕੇ ਦੱਸਿਆ ਕਿ 2014 ਦੇ ਮੁਕਾਬਲੇ ਕਾਰ, ਬਾਈਕ, ਟਰੈਕਟਰ ਤੇ ਟਰੱਕ ਦੀ ਟੈਂਕੀ ਭਰਵਾਉਣਾ ਹੁਣ ਕਿੰਨਾ ਮਹਿੰਗਾ ਹੋ ਗਿਆ। ਉਹਨਾਂ ਨੇ ਇਸ ਨੂੰ ਪ੍ਰਧਾਨ ਮੰਤਰੀ ਜਨ ਧਨ ਲੁੱਟ ਯੋਜਨਾ ਦੱਸਿਆ ਹੈ। ਲਿਸਟ ਵਿੱਚ ਉਹਨਾਂ ਨੇ ਦੱਸਿਆ ਕਿ 2014 ਦੇ ਵਿੱਚ ਬਾਈਕ ਦੀ ਪੈਟਰੋਲ ਦੀ ਟੈਂਕੀ ਫੁੱਲ ਕਰਾਉਣ ਦੇ ਵਿੱਚ ਮਹਿਜ਼ 714 ਰੁਪਏ ਲੱਗਦੇ ਸੀ, ਪਰ ਹੁਣ 1038 ਰੁਪਏ ਦੇਣੇ ਪੈਂਦੇ ਨੇ। ਤੇ ਇਸੇ ਤਰ੍ਹਾਂ ਕਾਰ, ਟਰੈਕਟਰ ਤੇ ਟਰੱਕ ਦੀਆਂ ਟੈਂਕੀਆਂ ਵੀ ਬੜੀਆਂ ਮਹਿੰਗੀਆਂ ਭਰਦੀਆਂ ਨੇ ਤੇ ਇਹ ਪ੍ਰਧਾਨ ਮੰਤਰੀ ਜਨ ਧਨ ਲੁੱਟ ਯੋਜਨਾ ਹੈ। ਦਿੱਲੀ ਹਾਈ ਕੋਰਟ ਨੇ ਪੱਤਰਕਾਰ ਰਾਣਾ ਆਯੂਬ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਈਡੀ ਦੀ ਰੋਕ ਦੇ ਖਿਲਾਫ ਰਾਣਾ ਆਯੂਬ ਨੇ ਇੱਕ ਅਪੀਲ ਹੈ, ਜਿਹੜੀ ਪਟੀਸ਼ਨ ਹੈ, ਉਹ ਦਾਇਰ ਕੀਤੀ ਸੀ। ਆਯੂਬ ਨੂੰ ਪਿਛਲੇ ਮੰਗਲਵਾਰ ਨੂੰ ਈਡੀ ਨੇ 에ਅਰਪੋਰਟ ਤੇ ਰੋਕ ਲਿਆ ਸੀ। ਉਹ ਮੁੰਬਈ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ ਰਵਾਨਾ ਹੋਣ ਵਾਲੀ ਸੀ। ਈਡੀ ਵੱਲੋਂ ਰੋਕੇ ਜਾਣ ਤੇ ਆਯੂਬ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਤੇ ਹੁਣ ਹਾਈ ਕੋਰਟ ਨੇ ਵਿਦੇਸ਼ ਜਾਣ ਦੀ ਇਜਾਜ਼ਤ ਰਾਣਾ ਨੂੰ ਦੇ ਦਿੱਤੀ ਹੈ। ਦਰਅਸਲ ਆਯੂਬ ਤੇ ਦਾਨ ਦੇ ਪੈਸੇ ਚੋਂ 50 ਲੱਖ ਰੁਪਏ ਦੀ ਐਫਡੀ ਕਰਵਾਉਣ ਦਾ ਇਲਜ਼ਾਮ ਲੱਗਿਆ। ਇਹਨਾਂ ਮਾਮਲਿਆਂ ਦੀ ਜਾਂਚ ਦੇ ਲਈ ਈਡੀ ਆਯੂਬ ਤੋਂ ਪੁੱਛਤਾਛ ਕਰ ਰਹੀ ਹੈ। ਈਡੀ ਦਾ ਕਹਿਣਾ ਹੈ ਕਿ ਰਾਣਾ ਨੇ ਕੋਵਿਡ, ਹੜ੍ਹ ਰਾਹਤ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ 3 ਆਨਲਾਈਨ ਮੁਹਿੰਮਾਂ ਸ਼ੁਰੂ ਕੀਤੀਆਂ ਸੀ, ਲੋਕਾਂ ਤੋਂ ਦਾਨ ਮੰਗਿਆ ਸੀ ਅਤੇ ਉਸ ਨੂੰ FCRA ਦੀ ਮਨਜ਼ੂਰੀ ਤੋਂ ਬਿਨਾਂ ਵਿਦੇਸ਼ੀ ਦਾਨ ਮਿਲਿਆ। ਈਡੀ ਦੇ ਮੁਤਾਬਿਕ ਇਨਕਮ ਟੈਕਸ ਅਤੇ ਈਡੀ ਦੀ ਕਾਰਵਾਈ ਤੋਂ ਬਾਅਦ ਵਿਦੇਸ਼ੀ ਚੰਦਾ ਉਸਨੇ ਵਾਪਸ ਵੀ ਕਰ ਦਿੱਤਾ, ਪਰ ਹਾਲੇ ਵੀ ਉਸਦੇ ਕੋਲ ਯਾਨੀ ਕਿ ਰਾਣਾ ਆਯੂਬ ਦੇ ਕੋਲ 2 ਕਰੋੜ ਰੁਪਏ ਸਨ। ਇਹ ਈਡੀ ਦਾ ਕਹਿਣਾ ਹੈ, ਪਰ ਇਹਨਾਂ ਦੇ ਵਿੱਚੋਂ ਸਿਰਫ 28 ਲੱਖ ਰੁਪਏ ਦੀ ਹੀ ਵਰਤੋਂ ਹੋਈ ਹੈ, ਬਾਕੀ ਸਾਰੇ ਰਾਣਾ ਆਯੂਬ ਦੇ ਖਾਤੇ ਵਿੱਚ ਹੀ ਸਨ। ਸੱਚਾਈ ਕੀ ਹੈ ਅਤੇ ਈਡੀ ਦੀ ਕੀ ਭੂਮਿਕਾ ਰਹਿੰਦੀ ਹੈ ਸਾਡੇ ਮੁਲਕ ਦੇ ਵਿੱਚ, ਇਸ ਤੋਂ ਵੀ ਜਿਹੜਾ ਹੈਗਾ ਕਈ ਲੋਕ ਅਣਜਾਣ ਨਹੀਂ ਹੈਗੇ ਕਿ ਕਈ ਮਾਮਲਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰ ਹੈ ਜਿਹੜੀ ਉਹ ਇਹੋ ਜਿਹੇ ਵਿਭਾਗਾਂ ਦੀ ਦੁਰਵਰਤੋਂ ਵੀ ਕਰਦੀ ਹੈ। ਪਰ ਇਸ ਮਾਮਲੇ ਦੇ ਵਿੱਚ ਕੌਣ ਸੱਚਾ ਹੈ, ਕੌਣ ਝੂਠਾ ਹੈ, ਜਾਂਚ ਦਾ ਹੀ ਵਿਸ਼ਾ ਹੈ। ਪਰ ਇੱਕ ਵੱਡਾ ਜਿਹੜਾ ਇਲਜ਼ਾਮ ਹੈ ਉਹ ਪੱਤਰਕਾਰ ਰਾਣਾ ਆਯੂਬ ਤੇ ਲਾਇਆ ਗਿਆ ਹੈ। ਰਾਣਾ ਆਯੂਬ ਇੱਕ ਆਜ਼ਾਦ ਪੱਤਰਕਾਰ ਹੈ ਅਤੇ ਗੁਜਰਾਤ ਫਾਈਲਸ ਨਾਮ ਦੀ ਕਿਤਾਬ ਲਿਖਣ ਤੋਂ ਬਾਅਦ ਰਾਣਾ ਆਯੂਬ ਕਾਫੀ ਚਰਚਾ ਦੇ ਵਿੱਚ ਆਈ ਸੀ। ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਪਾਰਟੀ ਛੱਡਣ ਵਾਲੇ ਅਸ਼ੋਕ ਤੰਵਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਤ੍ਰਿਣਮੂਲ ਕਾਂਗਰਸ ਦੇ ਵਿੱਚ ਉਹ ਪ੍ਰਧਾਨ ਵੀ ਰਹੇ ਤੇ ਸੋਮਵਾਰ ਨੂੰ ਦਿੱਲੀ ਵਿੱਚ ਉਹਨਾਂ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਤੇ ਜਾ ਕੇ ਪਾਰਟੀ ਜੁਆਇਨ ਕਰ ਲਈ। ਪਾਰਟੀ ਦੀਆਂ ਪੰਜਾਬ ਦੇ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਹਰਿਆਣਾ, ਗੁਜਰਾਤ ਅਤੇ ਹੋਰ ਸੂਬਿਆਂ ਦੇ ਵਿੱਚ ਹੁਣ ਜਿਹੜੀ ਚਰਚਾ ਉਹ ਕਾਫੀ ਚੱਲ ਰਹੀ ਹੈ ਤੇ ਹੋਰ ਸੂਬਿਆਂ ਦੇ ਵਿੱਚ ਜੜਾਂ ਡੂੰਘੀਆਂ ਕਰਨ ਦੇ ਲਈ ਹੁਣ ਪਾਰਟੀ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਕਦੇ ਗੁਜਰਾਤ ਦੇ ਵਿੱਚ ਵੱਡੇ ਲੀਡਰ ਪਹੁੰਚੇ ਹੁੰਦੇ ਨੇ, ਕਦੇ ਹਿਮਾਚਲ ਦੇ ਵਿੱਚ ਤੇ ਕਦੇ ਹਰਿਆਣਾ ਦੇ ਵਿੱਚ। ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ ਤੁਹਾਨੂੰ ਦੱਸ ਦਿੰਦੇ ਆ। ਸਭ ਤੋਂ ਪਹਿਲੀ ਖਬਰ ਪਾਕਿਸਤਾਨ ਤੋਂ ਹੀ ਹੈ, ਜਿੱਥੇ ਐਤਵਾਰ ਨੂੰ ਵੱਡਾ ਸਿਆਸੀ ਘਟਨਾਕ੍ਰਮ ਵਾਪਰਿਆ ਹੈ। ਇਮਰਾਨ ਖਾਨ ਹੁਣ ਅਹੁਦੇ ਦੇ ਬਣੇ ਰਹਿਣਗੇ ਜਦੋਂ ਤੱਕ ਕੇਅਰ ਟੇਕਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਨਹੀਂ ਹੋ ਜਾਂਦੀ। ਪਾਕਿਸਤਾਨ ਸੁਪਰੀਮ ਕੋਰਟ ਨੇ PPP ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਪਾਕਿਸਤਾਨ ਦੇ ਵਿੱਚ ਕੇਅਰ ਟੇਕਰ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਇਮਰਾਨ ਖਾਨ ਨੂੰ ਹੀ PM ਦੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਨੇ। ਪਾਕਿਸਤਾਨ ਦੇ ਵਿੱਚ ਕਾਰਜਕਾਰੀ ਪ੍ਰਧਾਨ ਮੰਤਰੀ ਸੰਵਿਧਾਨ ਦੀ ਧਾਰਾ 224 ਦੇ ਤਹਿਤ ਚੁਣਿਆ ਜਾਵੇਗਾ, ਕਿਉਂਕਿ ਹੁਣ ਸੰਸਦ ਭੰਗ ਹੋ ਚੁੱਕੀ ਹੈ, ਕੈਬਨਿਟ ਭੰਗ ਹੋ ਚੁੱਕੀ ਹੈ ਤੇ 90 ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਪੈ ਜਾਣਗੀਆਂ, ਨਵੀਂ ਸਰਕਾਰ ਆਵੇਗੀ ਤੇ ਜਦੋਂ ਤੱਕ ਕੇਅਰ ਟੇਕਰ ਪ੍ਰਧਾਨ ਮੰਤਰੀ ਨਹੀਂ ਨਿਯੁਕਤ ਕੀਤਾ ਜਾਂਦਾ ਉਦੋਂ ਤੱਕ ਇਮਰਾਨ ਖਾਨ ਆਪਣੇ ਅਹੁਦੇ ਦਾ ਆਨੰਦ ਮਾਣ ਸਕਣਗੇ ਤੇ ਜਦੋਂ ਤੱਕ ਇਹ ਨਿਯੁਕਤੀ ਨਹੀਂ ਹੋ ਜਾਂਦੀ ਉਦੋਂ ਤੱਕ ਇਮਰਾਨ ਖਾਨ ਕਿਹੜੇ ਫੈਸਲੇ ਨੇ ਜਿਹੜੇ ਉਹ ਲੈਣਗੇ ਇਸ ਅਹੁਦੇ ਤੇ ਬਣੇ ਰਹਿਣ ਦਰਮਿਆਨ, ਇਹ ਵੀ ਦੇਖਣ ਵਿੱਚ ਕਾਫੀ ਅਹਿਮ ਰਹੇਗਾ। ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 2 ਵਾਰੀ ਆਪਣੇ ਤੇ ਹਮਲਾ ਹੋਣ ਦੇ ਇਲਜ਼ਾਮ ਲਾਏ ਨੇ। ਉਹਨਾਂ ਦੇ ਬਰਤਾਨੀਆ ਵਿਚਲੇ ਦਫ਼ਤਰ ਵਿੱਚ ਪਹੁੰਚ ਕੇ 20 ਦੇ ਕਰੀਬ ਲੋਕਾਂ ਨੇ ਹੰਗਾਮਾ ਕੀਤਾ ਤੇ ਲੋਕ ਇਮਰਾਨ ਖਾਨ ਦੀ ਪਾਰਟੀ ਦੇ ਦੱਸੇ ਜਾ ਰਹੇ ਨੇ। ਪੁਲਿਸ ਨੇ 4 ਜਣਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਵਿਅਕਤੀ ਨੇ ਨਵਾਜ਼ ਸ਼ਰੀਫ ਵੱਲ ਮੋਬਾਈਲ ਵਗਾ ਕੇ ਮਾਰਿਆ ਸੀ, ਜੋ ਉਹਨਾਂ ਦੇ ਸੁਰੱਖਿਆ ਕਰਮੀ ਨੂੰ ਲੱਗ ਗਿਆ ਸੀ। ਖਬਰ ਸ਼੍ਰੀਲੰਕਾ ਤੋਂ ਹੈ, ਜਿੱਥੇ ਵੱਡਾ ਆਰਥਿਕ ਸੰਕਟ ਛਾਇਆ ਹੋਇਆ ਤੇ ਇਸ ਵੱਡੇ ਆਰਥਿਕ ਸੰਕਟ ਨੇ ਸਰਕਾਰ ਨੂੰ ਵੀ ਸੰਕਟ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ।
ਹੈ ਸ਼੍ਰੀਲੰਕਾ ਦੇ ਵਿੱਚ ਪੂਰੀ ਕੈਬਨਿਟ ਨੇ ਹੰਗਾਮੀ ਹਾਲਾਤਾਂ ਦੇ ਵਿੱਚ ਅਸਤੀਫਾ ਦੇ ਦਿੱਤਾ ਤਾਂ ਰਾਸ਼ਟਰਪਤੀ ਗੋਟਬਾਇਆ ਰਾਜਪਕਸੇ ਨੇ ਆਪਣੇ ਭਰਾ ਬੇਸਿਲ ਰਾਜਪਕਸੇ ਨੂੰ ਵਿੱਤ ਮੰਤਰਾਲੇ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਵਿਰੋਧੀ ਧਿਰ ਨੂੰ ਸਾਂਝੀ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸੰਸਦ ਦੇ ਵਿੱਚ ਸਾਰੀਆਂ ਪਾਰਟੀਆਂ ਕੈਬਨਿਟ ਅਹੁਦਿਆਂ ਨੂੰ ਸਵੀਕਾਰ ਕਰਨ ਤੇ ਦੇਸ਼ ਦੀ ਹਾਲਤ ਨੂੰ ਸੁਧਾਰਨ ਦੇ ਲਈ ਅੱਗੇ ਆਉਣ ਅਤੇ ਸਾਰੀ ਜਿਹੜੀ ਕੈਬਨਿਟ ਨੇ ਅਸਤੀਫਾ ਦਿੱਤਾ ਸੀ ਉਹ 3 ਅਪ੍ਰੈਲ ਦੀ ਰਾਤ ਨੂੰ ਅਸਤੀਫਾ ਦਿੱਤਾ ਸੀ ਐਮਰਜੈਂਸੀ ਦੇ ਦੌਰਾਨ। ਪ੍ਰਧਾਨ ਮੰਤਰੀ ਦੇ ਲੜਕੇ ਨੇ ਵੀ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਦੇਸ਼ ਦੇ ਸਿੱਖਿਆ ਮੰਤਰੀ ਦਿਨਸ਼ ਗੁਣਵਰਧਨੇ ਨੇ ਦੱਸਿਆ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਛੱਡ ਕੇ ਸਾਰੇ 26 ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਨੇ ਤੇ ਹੁਣ ਸ਼੍ਰੀਲੰਕਾ ਦੇ ਵਿੱਚ ਲੋਕਾਂ ਨੂੰ ਕੌਣ ਸਾਂਭੇਗਾ, ਮਹਿੰਗਾਈ ਤੇ ਕੌਣ ਕਾਬੂ ਪਾਏਗਾ ਤੇ ਸਰਕਾਰ ਕੌਣ ਸਾਂਭੇਗਾ, ਇੱਕ ਵੱਡੀ ਚੁਣੌਤੀ ਬਣ ਗਈ ਹੈ। ਅਮਰੀਕਾ ਤੋਂ ਖਬਰ ਹੈ ਜਿੱਥੇ ਸਿਰਫ 2 ਹਫ਼ਤੇ ਪਹਿਲਾਂ ਟੂਰਿਸਟ ਵੀਜ਼ੇ ਤੇ ਅਮਰੀਕਾ ਗਏ ਇੱਕ ਪੰਜਾਬੀ ਬਜ਼ੁਰਗ ਤੇ ਹਮਲਾ ਹੋਇਆ। ਨਿਊਯਾਰਕ ਸ਼ਹਿਰ ਦੇ ਕੁਈਨਸ ਇਲਾਕੇ ਦੇ ਵਿੱਚ ਸਵੇਰ ਦੀ ਸੈਰ ਦੌਰਾਨ 75 ਸਾਲਾ ਸਿੱਖ ਬਜ਼ੁਰਗ ਨਿਰਮਲ ਸਿੰਘ ਤੇ ਪਿੱਛੋਂ ਕਿਸੇ ਨੇ ਹਮਲਾ ਕੀਤਾ ਜਿਸ ਦੇ ਵਿੱਚ ਉਹਨਾਂ ਦਾ ਨੱਕ ਤੋੜ ਦਿੱਤਾ ਗਿਆ ਤੇ ਹੋਰ ਵੀ ਕਈ ਗੰਭੀਰ ਸੱਟਾਂ ਲੱਗੀਆਂ ਨੇ। ਲਹੂ ਲੁਹਾਨ ਹਾਲਤ ਦੇ ਵਿੱਚ ਉਹ ਉੱਥੇ ਹੀ ਬੈਂਚ ਤੇ ਬੈਠੇ ਸਨ ਜਦੋਂ ਕਈ ਲੋਕਾਂ ਨੇ ਉਹਨਾਂ ਨੂੰ ਪ੍ਰਤੱਖ ਦੇਖਿਆ ਤੇ ਕਈਆਂ ਨੇ ਹਮਲਾ ਹੁੰਦੇ ਹੋਏ ਵੀ ਦੇਖਿਆ। 95 ਐਵੇਨਿਊ ਅਤੇ ਲੇਫਰਟਸ ਬਲਵੀਰ ਤੇ ਐਤਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਨਿਰਮਲ ਸਿੰਘ ਸਵੇਰ ਦੀ ਸੈਰ ਕਰ ਰਹੇ ਸੀ ਤਾਂ ਅਚਾਨਕ ਹੀ ਪਿੱਛੋਂ ਆ ਕੇ ਕਿਸੇ ਨੇ ਹਮਲਾ ਕਰ ਦਿੱਤਾ ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਪੁਲਿਸ ਦੱਸਦੀ ਹੈ ਕਿ ਇਹ ਕੋਈ ਹਮਲਾ ਭੜਕਾਹਟ ਦੇ ਵਿੱਚ ਨਹੀਂ ਸੀ, ਕੋਈ ਨਸਲੀ ਸ਼ਬਦ ਨਹੀਂ ਬੋਲੇ ਗਏ, ਨਾ ਹੀ ਕੋਈ ਤਕਰਾਰ ਹੋਇਆ ਹੈ। ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇੱਕ ਚਸ਼ਮਦੀਦ ਗਵਾਹ ਨੇ ਕਿਹਾ ਕਿ ਜਦੋਂ ਮੈਂ ਦੇਖਿਆ ਤਾਂ ਬਜ਼ੁਰਗ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸੀ ਤੇ ਇਹ ਹਮਲਾ ਇੱਥੇ ਵਾਸਤੇ ਸਾਰੇ ਭਾਈਚਾਰੇ ਦੇ ਬਜ਼ੁਰਗਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਕਮਿਊਨਿਟੀ ਐਡਵੋਕੇਟ ਜਪਨੀਤ ਸਿੰਘ ਨੇ ਕਿਹਾ ਕਿ ਦਸਤਾਰਧਾਰੀ ਸਿੱਖਾਂ ਤੇ ਇੱਥੇ ਹਮਲੇ ਪਹਿਲਾਂ ਵੀ ਹੁੰਦੇ ਆ ਰਹੇ ਨੇ, ਸਾਡੇ ਘਰਾਂ ਦੇ ਵਿੱਚ ਵੀ ਕਹਿੰਦੇ ਬਜ਼ੁਰਗ ਨੇ ਤੇ ਅਜਿਹੇ ਮਾਮਲੇ ਸਾਡੇ ਲਈ ਚਿੰਤਾ ਦਾ ਵਿਸ਼ਾ ਨੇ ਤੇ ਇਹਨਾਂ ਸਿੱਖਾਂ ਨੇ ਮੰਗ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਹਰ ਗਲੀ ਸੜਕ ਦੇ ਉੱਤੇ ਪੁਲਿਸ ਦੀ ਗਸ਼ਤ ਹੈ ਜਿਹੜੀ ਉਹ ਵਧਣੀ ਚਾਹੀਦੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਹੁਣ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।